ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸਿੱਧਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਸਵਾਲ ਰੱਖੇ ਹਨ। ਆਪਣਾ ਮਤ ਉਹਨਾਂ ਨੇ ਪੇਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਵਾਲਾਂ ਦੇ ਜਿੱਥੇ ਉੱਤਰ ਦਿੱਤੇ ਨੇ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਤ ਪੇਸ਼ ਕੀਤਾ ਹੈ ਔਰ ਯੂਨੀਵਰਸਲ ਟਰੁੱਥ ਕੀ ਹੈ ਉਹ ਉਹਨਾਂ ਦੇ ਸਾਹਮਣੇ ਰੱਖਿਆ ਹੈ। ਸਿੱਧ ਸਵਾਲ ਕਰ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਉੱਤਰ ਦੇ ਰਹੇ ਹਨ। ਆਓ ਬੜੇ ਪਿਆਰ ਨਾਲ ਜੋ ਅਗਲੀ ਵਿਚਾਰ ਹੈ ਉਹ ਆਰੰਭ ਕਰੀਏ। ਹੁਣ ਸਵਾਲ ਕਰਦੇ ਨੇ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਜਿਸ ਦਾ ਅਰਥ ਹੈ ਗੁੱਸਾ ਨਾ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ। ਯਾਨੀ ਇਹ ਕਿਵੇਂ ਪਤਾ ਲੱਗੇ ਕਿ ਮੈਨੂੰ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ, ਮੈਨੂੰ ਗੁਰੂ ਦੀ ਰੱਬ ਦੀ ਪ੍ਰਾਪਤੀ ਹੋ ਗਈ ਹੈ, ਜਾਂ ਮੈਂ ਗੁਰੂ ਦੇ ਨਾਲ ਜੁੜ ਗਿਆ ਹਾਂ। ਇਹ ਕਿਵੇਂ ਪਤਾ ਲੱਗੇ? ਇਹਨੂੰ ਬੁਰਾ ਨਾ ਮਨਾਣਾ, ਗੁੱਸਾ ਨਾ ਕਰਨਾ, ਉੱਤਰ ਦੇਣਾ ਕਿ ਕਿਵੇਂ ਪਤਾ ਲੱਗੇ ਮੈਂ ਗੁਰੂ ਦੇ ਨਾਲ ਜੁੜ ਗਿਆ। ਤਾਂ ਹੁਣ ਗੁਰੂ ਸਾਹਿਬ ਜੀ ਇਸ ਦਾ ਉੱਤਰ ਦੇ ਰਹੇ ਨੇ ਅਗਲੀ ਪੰਕਤੀ ਵਿੱਚ। ਇਹ ਮਨ ਚਲਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਵਿਸ਼ਰਾਮ ਦੁਬਾਰਾ ਸੁਣ ਲਓ। ਇਹ ਮਨ ਚਲਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਇਹਨੂੰ ਬੈਸੇ ਨਹੀਂ ਪੜਨਾ, ਸੱਸੇ ਨਾਲ ਦੁਲਾਵਾਂ ਲਗਾਣੀਆਂ ਨੇ, ਬੈਸੈ। ਤਾਂ ਗੁਰੂ ਸਾਹਿਬ ਜੀ ਉੱਤਰ ਦੇ ਰਹੇ ਨੇ ਕਿ ਜਦੋਂ ਸੱਚਮੁੱਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ, ਯਾਨੀ ਜਦੋਂ ਗੁਰੂ ਦੇ ਨਾਲ ਮਨੁੱਖ ਜੁੜ ਜਾਂਦਾ ਹੈ, ਤਾਂ ਉਹਦਾ ਪਤਾ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਮਨ ਚੰਚਲ ਸੱਚ ਘਰ ਬੈਸੇ। ਇਹ ਚੰਚਲ ਮਨ ਪ੍ਰਭੂ ਦੀ ਯਾਦ ਦੇ ਵਿੱਚ ਟਿਕ ਜਾਂਦਾ ਹੈ। ਨਾਨਕ ਨਾਮ ਆਧਾਰੋ, ਔਰ ਨਾਮ ਇਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਆਧਾਰ ਬਣ ਜਾਂਦਾ ਹੈ। ਇਹ ਜੁੜੇ ਹੋਏ ਮਨ ਦੀ ਨਿਸ਼ਾਨੀ ਹੈ ਕਿ ਅਸੀਂ ਗੁਰੂ ਦੇ ਨਾਲ, ਰੱਬ ਦੇ ਨਾਲ ਜੁੜ ਗਏ ਹਾਂ। ਉਹਦੀ ਨਿਸ਼ਾਨੀ ਕੀ ਹੈ ਕਿ ਚੰਚਲ ਮਨ ਟਿਕ ਜਾਂਦਾ ਹੈ, ਯਾਨੀ ਵਿਕਾਰਾਂ ਵਾਲੇ ਪਾਸੇ ਦੌੜਦਾ ਨਹੀਂ। ਪਹਿਲੀ ਗੱਲ, ਇਹਦੇ ਮਨ ਦੇ ਅੰਦਰ ਵਿਕਾਰਾਂ ਵਾਲੇ ਵਿਚਾਰ ਹੀ ਪੈਦਾ ਨਹੀਂ ਹੁੰਦੇ। ਜਿਵੇਂ ਕਿਸੇ ਦਾ ਮਨ ਕਰਦਾ ਹੈ ਸ਼ਰਾਬ ਪੀਣ ਲਈ, ਤਾਂ ਸ਼ਰਾਬ ਪੀਣਾ ਤਾਂ ਦੂਰ ਦੀ ਗੱਲ, ਉਸ ਮਨੁੱਖ ਦੇ ਮਨ ਦੇ ਅੰਦਰ ਕਦੇ ਸ਼ਰਾਬ ਵਾਲੀ ਵਿਚਾਰ ਵੀ ਪੈਦਾ ਨਹੀਂ ਹੋਏਗੀ, ਪੀਣ ਬਾਰੇ ਵਿਚਾਰ ਵੀ ਪੈਦਾ ਨਹੀਂ ਹੋਏਗੀ, ਯਾਨੀ ਮਾੜਾ ਫੁਰਨਾ ਹੀ ਨਹੀਂ ਫੁਰੇਗਾ। ਇਹਨੂੰ ਕਹਿੰਦੇ ਨੇ ਮਨ ਦਾ ਟਿਕ ਜਾਣਾ, ਰੱਬੀ ਰਜ਼ਾ ਦੇ ਅੰਦਰ ਪਰਪੱਕ ਹੋ ਜਾਣਾ। ਔਰ ਵਿਕਾਰਾਂ ਵੱਲੋਂ ਉਹਦਾ ਮਨ ਜਿਹੜਾ ਟਿਕ ਜਾਂਦਾ ਹੈ, ਉਸ ਦੀ ਮਨ ਦੇ ਅੰਦਰ ਕਾਮ ਕ੍ਰੋਧ ਜਾਂ ਈਰਖਾ ਦਵੇਸ਼, ਵੈਰ ਵਿਰੋਧ, ਪਾਪ ਅਪਰਾਧ, ਮੇਰ ਤੇਰ ਦੇ ਵਿਚਾਰ ਹੀ ਅੰਦਰ ਪੈਦਾ ਨਹੀਂ ਹੁੰਦੇ। ਇਹ ਉਹਦੀ ਨਿਸ਼ਾਨੀ ਹੈ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਗਿਆ। ਨਾਲ ਕਹਿੰਦੇ ਨੇ ਨਾਨਕ ਨਾਮ ਆਧਾਰੋ। ਨਾਮ ਉਹਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ। ਤੇ ਨਾਮ ਦਾ ਮਤਲਬ ਕੀ ਹੈ? ਨਾਮ ਦਾ ਮਤਲਬ ਹੁਕਮ, ਰੱਬ ਦੇ ਗੁਣ। ਇਹ ਉਹਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ। ਇਹ ਚੀਜ਼ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਜੈਸਾ ਆਧਾਰ ਹੋਏਗਾ ਵੈਸਾ ਹੀ ਜੀਵਨ ਹੋਏਗਾ। ਜੈਸੀ ਨੀਂਹ ਹੋਏਗੀ ਵੈਸੀ ਹੀ ਉਸ ਨੀਂਹ ਦੇ ਉੱਤੇ ਇਮਾਰਤ ਉਸਰੇਗੀ। ਜੇ ਨੀਂਹ ਕਮਜ਼ੋਰ ਹੈ ਤਾਂ ਉਹਦੇ ਤੇ ਬਹੁ ਮੰਜ਼ਲੀ ਜਾਂ ਮਜ਼ਬੂਤ ਇਮਾਰਤ ਨਹੀਂ ਉਸਾਰੀ ਜਾ ਸਕਦੀ। ਕਮਜ਼ੋਰ ਨੀਹਾਂ ਵਾਲੀ ਇਮਾਰਤ ਗਿਰ ਜਾਏਗੀ। ਤੇ ਜਿਸ ਦੀ ਨੀਂਹ ਮਜ਼ਬੂਤ ਹੈ ਉਹ ਇਮਾਰਤ ਵੀ ਮਜ਼ਬੂਤ ਹੋਏਗੀ। ਇਸੇ ਤਰ੍ਹਾਂ ਸਾਡਾ ਜੀਵਨ ਹੈ। ਇਸ ਜੀਵਨ ਦਾ ਆਧਾਰ ਕੀ ਹੈ? ਇਹ ਡਿਸਾਈਡ ਕਰੇਗਾ ਕਿ ਅਸੀਂ ਗੁਰੂ ਦੇ ਨਾਲ ਜੁੜੇ ਹਾਂ, ਰੱਬ ਨਾਲ ਜੁੜੇ ਹਾਂ ਜਾਂ ਨਹੀਂ। ਹੁਣ ਜਿਸ ਦੀ ਸੋਚ, ਜਿਸ ਦੀ ਮੈਂਟੈਲਿਟੀ, ਮਾਨਸਿਕਤਾ ਦਾ ਆਧਾਰ ਸੱਚ ਹੈ, ਦਇਆ ਹੈ, ਪ੍ਰੇਮ ਹੈ, ਮੁਹੱਬਤ ਹੈ, ਇਨਸਾਨੀਅਤ ਹੈ, ਉਹਦੇ ਜੀਵਨ ਦੀ ਉਸਾਰੀ ਵੀ ਇੱਥੇ ਹੀ ਹੋਏਗੀ, ਸੱਚ ਦੇ ਉੱਤੇ। ਉਹਦੀ ਸੋਚ ਦੀ ਉਸਾਰੀ ਸੱਚ ਤੇ ਹੋਏਗੀ। ਉਹਦੀ ਸੋਚ ਦੀ ਉਸਾਰੀ ਨਿਰਭੈਤਾ ਔਰ ਨਿਰਵੈਰਤਾ ਤੇ ਹੋਏਗੀ। ਤੇ ਜੈਸੀ ਬੰਦੇ ਦੀ ਸੋਚ ਹੋਏਗੀ ਵੈਸੇ ਹੀ ਅੱਗੇ ਉਹਦੇ ਜਿਹੜਾ ਹੈ ਵਿਹਾਰ ਔਰ ਬਿਹੇਵੀਅਰ ਹੋਏਗਾ, ਵੈਸਾ ਹੀ ਉਹਨੂੰ ਫਲ ਮਿਲੇਗਾ। ਤਾਂ ਸੱਚ ਜਿਹੜਾ ਹੈ, ਨਾਮ ਜਿਹੜਾ ਹੈ, ਪ੍ਰਭੂ ਦਾ ਗੁਣ, ਰੱਬ ਦੇ ਗੁਣ, ਸੱਚ, ਹੁਕਮ,
ਇਹ ਉਸ ਮਨੁੱਖ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ ਜਿਨਨੇ ਗੁਰੂ ਨੂੰ ਪਾ ਲਿਆ ਹੈ, ਜਿਹਨੂੰ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ, ਜੋ ਗੁਰੂ ਦੇ ਨਾਲ ਮਨ ਕਰਕੇ ਜੁੜ ਗਿਆ ਹੈ। ਇਹ ਉਹਦੀਆਂ ਨਿਸ਼ਾਨੀਆਂ ਨੇ, ਯਾਨੀ ਸੱਚ ਉਹਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ ਔਰ ਇਹਦਾ ਦੌੜਦਾ ਹੋਇਆ ਜਿਹੜਾ ਮਨ ਹੈ ਉਹ ਸੱਚ ਦੇ ਨਾਲ ਸਦਾ ਵਾਸਤੇ ਜੁੜ ਜਾਂਦਾ ਹੈ। ਮਨ ਬਚਨ ਕਰਮ ਕਰਕੇ ਸੱਚ ਨਾਲ ਜੁੜ ਜਾਂਦਾ ਹੈ। ਭਗਤ ਕਬੀਰ ਜੀ ਨੇ ਵੀ ਸਾਨੂੰ ਗਾਈਡ ਕੀਤਾ ਹੈ ਔਰ ਮਾਰਗਦਰਸ਼ਨ ਕੀਤਾ ਹੈ। ਉਹ ਕਹਿੰਦੇ ਨੇ, ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ, ਹਰਕ ਸੋਗ ਦਾਝੈ ਨਹੀਂ, ਤਬ ਹਰ ਆਪੈ ਆਪ। ਕਿ ਗੁਰੂ ਦੇ ਨਾਲ ਜੁੜਿਆ ਹੋਇਆ ਮਨੁੱਖ ਨੂੰ ਤਾਂ ਸਮਝੋ, ਗੁਰ ਲਾਗਾ ਤਬ ਜਾਣੀਐ, ਗੁਰੂ ਵਾਲਾ ਜਾਂ ਗੁਰੂ ਦੇ ਨਾਲ ਜੁੜਿਆ ਹੋਇਆ ਬੰਦੇ ਨੂੰ ਤਾਂ ਸਮਝੋ, ਮਿਟੈ ਮੋਹ ਤਨ ਤਾਪ, ਜਿਸ ਦੇ ਅੰਦਰੋਂ ਮੋਹ ਮਿਟ ਜਾਏ, ਸੈਲਫਿਸ਼ਨੈਸ ਮਿਟ ਜਾਏ, ਜਿਸ ਦੇ ਅੰਦਰੋਂ ਤਨ ਦੇ ਅੰਦਰੋਂ ਵਿਕਾਰ ਮਿਟ ਜਾਣ। ਹਰਕ ਸੋਗ ਦਾਝੈ ਨਹੀਂ, ਜਿਹਨੂੰ ਖੁਸ਼ੀ ਔਰ ਗਮੀ ਪ੍ਰਭਾਵਿਤ ਨਾ ਕਰੇ। ਤਬ ਹਰ ਆਪੇ ਆਪ, ਤਦ ਉਹਨੂੰ ਚਾਰ ਚੁਫੇਰੇ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ। ਇਹ ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦੀਆਂ ਨਿਸ਼ਾਨੀਆਂ ਨੇ। ਜੇ ਅਸੀਂ ਸਮਝਣਾ ਹੋਵੇ ਆਪਣੇ ਆਪ, ਪਰਖਣਾ ਹੋਵੇ ਆਪਣੇ ਆਪ ਨੂੰ, ਜਾਣਨਾ ਹੋਵੇ ਕਿਸੇ ਨੇ ਆਪਣੇ ਆਪ ਨੂੰ ਕਿ ਕੀ ਮੈਂ ਗੁਰੂ ਦੇ ਨਾਲ ਜੁੜਿਆ ਹਾਂ, ਗੁਰੂ ਦੀ ਸਿੱਖਿਆ, ਗੁਰੂ ਦੇ ਦੱਸੇ ਰਾਹ, ਗੁਰੂ ਦੇ ਧਰਮ ਦੇ ਨਾਲ ਮੈਂ ਜੁੜਿਆ ਹਾਂ, ਰੱਬ ਦੇ ਨਾਲ ਕੀ ਮੈਂ ਜੁੜ ਗਿਆ। ਜੇ ਅਸੀਂ ਪਰਖਣਾ ਹੋਵੇ ਤਾਂ ਇਹ ਪਾਵਨ ਬਾਣੀ ਸਾਨੂੰ ਰਾਸਤਾ ਦਰਸਾਉਂਦੀ ਹੈ ਕਿ ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ। ਗੁਰੂ ਦੇ ਨਾਲ ਜੁੜਿਆ ਹੋਇਆ ਬੰਦੇ ਨੂੰ ਤਾਂ ਸਮਝਣਾ ਚਾਹੀਦਾ ਕਿ ਮੈਂ ਗੁਰੂ ਦੇ ਨਾਲ ਲੱਗਾ ਹੋਇਆ, ਜੁੜਿਆ ਹੋਇਆ। ਸਰੀਰ ਚੋਂ ਮੋਹ ਮਿਟ ਜਾਏ, ਜੀਵਨ ਚੋਂ, ਸੋਚ ਵਿੱਚੋਂ, ਜੀਵਨ ਦੇ ਅੰਦਰੋਂ ਸੈਲਫਿਸ਼ਨੈਸ ਖਤਮ ਹੋ ਜਾਏ, ਪਾਪ ਵਿਕਾਰ ਖਤਮ ਹੋ ਜਾਣ, ਖੁਸ਼ੀ ਔਰ ਗਮੀ ਪ੍ਰਭਾਵਿਤ ਨਾ ਕਰੇ, ਤਾਂ ਫਿਰ ਸਮਝੋ ਚਾਰ ਚਫੇਰੇ ਉਹ ਇੱਕ ਰੱਬ ਨੂੰ ਹੀ ਵੇਖ ਰਿਹਾ ਹੈ। ਤੇ ਜੇ ਐਸੀ ਸੋਚ ਨਹੀਂ ਬਣੀ ਤਾਂ ਫਿਰ ਸਮਝ ਲੈਣਾ ਅਸੀਂ ਗੁਰੂ ਦੇ ਨਾਲ ਨਹੀਂ ਜੁੜੇ ਹਾਂ, ਸਾਨੂੰ ਹਾਲੇ ਯਤਨ ਕਰਨ ਦੀ ਜ਼ਰੂਰਤ ਹੈ। ਤਾਂ ਸਿੱਧਾਂ ਦੇ ਸਵਾਲ ਦਾ ਉੱਤਰ ਦੇ ਰਹੇ ਨੇ। ਜਦੋਂ ਉਹਨਾਂ ਨੇ ਪੁੱਛਿਆ ਨਾ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ, ਕਿ ਰੋਸ ਨਾ ਕਰਨਾ, ਉੱਤਰ ਦੇਣਾ, ਕਿ ਗੁਰੂ ਨੂੰ ਕਿਵੇਂ ਪਾਈਦਾ, ਭਾਵ ਕਿ ਕਿਵੇਂ ਸਮਝ ਲੱਗੇ ਕਿ ਮੈਂ ਗੁਰੂ ਦੇ ਨਾਲ ਜੁੜ ਗਿਆ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਮਨ ਚਲਤੋ ਸੱਚ ਕਰ ਬੈਸੈ। ਇਹ ਚੰਚਲ ਮਨ ਸੱਚੇ ਦੇ ਘਰ ਵਿੱਚ, ਚਰਨਾਂ ਵਿੱਚ ਟਿਕ ਜਾਂਦਾ ਹੈ, ਭਾਵ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਨਕ ਨਾਮ ਆਧਾਰੋ, ਤੇ ਉਸ ਮਨੁੱਖ ਦੇ ਜੀਵਨ ਦਾ ਆਧਾਰ ਸੱਚ ਬਣ ਜਾਂਦਾ ਹੈ। ਉਹ ਰੱਬੀ ਹੁਕਮ ਦੇ ਅੰਦਰ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ। ਆਪੇ ਮੇਲ ਮਿਲਾਏ ਕਰਤਾ, ਲਾਗੇ ਸਾਚ ਪਿਆਰੋ। ਇੱਥੇ ਸਾਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਫਿਰ ਉਸ ਮਨੁੱਖ ਦਾ ਜਿਹੜਾ ਮਨ ਹੈ ਨਾ, ਸੱਚ ਦੇ ਵਿੱਚ ਜੁੜ ਜਾਂਦਾ ਹੈ, ਉਹਦੀ ਪ੍ਰੀਤ ਸੱਚ ਦੇ ਨਾਲ ਪੈ ਜਾਂਦੀ ਹੈ, ਉਹਦਾ ਪ੍ਰੇਮ ਸੱਚ ਦੇ ਨਾਲ ਬਣ ਜਾਂਦਾ ਹੈ, ਉਹ ਸੱਚ ਵਾਸਤੇ ਆਪਣਾ ਆਪਾ ਕੁਰਬਾਨ ਕਰਦਾ ਹੈ। ਤੇ ਜਿਹੜਾ ਬੰਦੇ ਦਾ ਪਿਆਰ ਫਿਰ ਸੱਚ ਨਾਲ ਬਣ ਜਾਏ ਨਾ, ਆਪੇ ਮੇਲ ਮਿਲਾਏ ਕਰਤਾ, ਮੇਲ ਦੇ ਲੱਲੇ ਨਾਲ ਸਿਹਾਰੀ, ਮੇਲ ਵਿੱਚ ਫਿਰ ਰੱਬ ਉਹਨੂੰ ਆਪ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ, ਆਪਣੇ ਅੰਦਰ ਅਭੇਦ ਕਰ ਲੈਂਦਾ ਹੈ। ਉਹ ਬੰਦਾ ਫਿਰ ਰੱਬ ਦੇ ਅੰਦਰ ਮਿਲ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਦੇਖੋ ਹੁਣ ਕਿੰਨਾ ਸੌਖਾ ਰਾਸਤਾ ਗੁਰੂ ਸਾਹਿਬ ਜੀ ਸਾਨੂੰ ਦਰਸਾ ਰਹੇ ਹਨ, ਤੇ ਨਾਲ ਸਾਨੂੰ ਉਹ ਨਿਸ਼ਾਨੀਆਂ ਦੱਸ ਰਹੇ ਨੇ ਕਿ ਉਹ ਕੀ ਨਿਸ਼ਾਨੀਆਂ ਨੇ ਗੁਰੂ ਦੇ ਨਾਲ ਜੁੜੇ ਹੋਏ ਦੀਆਂ। ਪਹਿਲੀ ਗੱਲ ਤਾਂ ਗ੍ਰਸਤ ਨੂੰ, ਸੰਸਾਰ ਨੂੰ, ਕੰਮਕਾਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਵਿਖਾਵੇ ਦੀਆਂ ਸਮਾਧੀਆਂ ਵਗੈਰਾ ਲਗਾਉਣ ਦੀ ਜ਼ਰੂਰਤ ਨਹੀਂ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਲੋੜ ਨਹੀਂ। ਜੋ ਕੁਛ ਯੋਗੀ ਕਰ ਰਹੇ ਨੇ ਉਹਨਾਂ ਕਰਮਾਂ ਦੀ ਲੋੜ ਨਹੀਂ ਹੈ। ਗੁਰੂ ਦੇ ਨਾਲ ਜੁੜਨ ਵਾਲੇ ਦਾ ਮਤਲਬ ਹੀ ਇਹ ਹੈ ਕਿ ਉਹ ਰੱਬੀ ਰਜ਼ਾ ਨੂੰ ਪਛਾਣਦਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹਦਾ ਮਨ ਸੱਚ ਦੇ ਨਾਲ ਹਮੇਸ਼ਾ ਵਾਸਤੇ ਜੁੜ ਜਾਂਦਾ ਹੈ। ਰੱਬ ਦਾ ਨਾਮ, ਪ੍ਰਭੂ ਦਾ ਜਿਹੜੇ ਗੁਣ ਨੇ ਉਹ ਉਸ ਦੇ ਜੀਵਨ ਦਾ ਆਧਾਰ ਬਣ ਜਾਂਦੇ ਨੇ, ਸੱਚ ਦੇ ਅੰਦਰ ਉਹਦਾ ਪਿਆਰ ਲੱਗ ਜਾਂਦਾ ਹੈ, ਤੇ ਇਹਨਾਂ ਗੁਣਾਂ ਦੇ ਨਾਲ ਉਹ ਬੰਦਾ ਰੱਬ ਦੇ ਅੰਦਰ ਮਿਲ ਜਾਂਦਾ ਹੈ। ਐਸੇ ਇਨਸਾਨ ਨੂੰ ਪ੍ਰਭੂ ਆਪ ਆਪਣੇ ਅੰਦਰ ਅਭੇਦ ਕਰ ਲੈਂਦੇ ਨੇ। ਗੁਰੂ ਸਾਹਿਬ ਜੀ ਦਾ ਉੱਤਰ ਸੀ, ਮਤਲਬ ਇਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ, ਗੁਰੂ ਨਾਨਕ ਦੇਵ ਜੀ ਦਾ ਰਾਸਤਾ ਹੈ, ਉਹਨਾਂ ਦੀ ਵਿਚਾਰਧਾਰਾ ਹੈ।
ਅੱਗੇ ਬਚਨ ਕਰਦੇ ਨੇ, ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ। ਰਹਿ ਹੈ ਸ਼ਬਦ ਜੋ ਲਿਖਿਆ ਨਾ, ਰਾਰਾ ਹਾਹਾ ਹਾਹੇ ਨਾਲ ਸਿਹਾਰੀ, ਇਸ ਨੂੰ ਰਹਿ ਹੈ ਨਹੀਂ ਪੜਨਾ, ਰਹਿ ਪੜਨਾ ਹੈ। ਰਹਿ ਬਹੁਵਚਨੀ ਸ਼ਬਦ ਹੈ, ਵਿਸਰਾਮ ਇਸ ਤਰ੍ਹਾਂ ਆਣਗੇ, ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ। ਹੁਣ ਜੋਗੀ ਜਿਹੜੇ ਨੇ ਉਹ ਕੀ ਕਹਿ ਰਹੇ ਨੇ? ਲੋਹਾਰੀਪਾ ਦਾ ਕਥਨ ਹੈ, ਲੋਹਾਰੀਪਾ ਗੋਰਖ ਦਾ ਚੇਲਾ ਹੈ, ਤਾਂ ਇੱਥੇ ਉਹ ਕਹਿ ਰਹੇ ਨੇ ਕਿ ਅਸੀਂ ਦੁਨੀਆ ਦੇ ਮੇਲਿਆਂ ਮਸਾਧਿਆਂ ਸੰਸਾਰਿਕ ਝੰਬੇਲਿਆਂ ਤੋਂ ਵੱਖਰੇ ਰਹਿੰਦੇ ਹਾਂ। ਜੰਗਲ ਵਿੱਚ ਕਿਸੇ ਰੁੱਖ ਬਿਰਖ ਹੇਠ ਰਹਿੰਦੇ ਹਾਂ। ਰੁੱਖ ਬਿਰਖ ਦਾ ਮਤਲਬ ਰੁੱਖ ਥੱਲੇ, ਕਿਸੇ ਵਰਕਸ਼ ਥੱਲੇ ਰਹਿੰਦੇ ਹਾਂ। ਹਾਟੀ ਦਾ ਮਤਲਬ ਹੱਟੀਆਂ, ਬਾਟੀ ਦਾ ਮਤਲਬ ਰਾਸਤੇ, ਹਾਟੀ ਦਾ ਮਤਲਬ ਮੇਲਾ, ਮੰਡੀ, ਦੁਕਾਨ। ਇਹਨਾਂ ਚੀਜ਼ਾਂ ਤੋਂ ਅਸੀਂ ਭਾਵ ਜਿਹੜੇ ਮੇਲੇ ਮਸਾਧੇ ਨੇ, ਜਿਹੜੇ ਸੰਸਾਰਿਕ ਝੰਬੇਲੇ ਨੇ, ਇਹਨਾਂ ਤੋਂ ਅਸੀਂ ਵੱਖਰੇ ਹਾਂ। ਨਾ ਅਸੀਂ ਦੁਨੀਆਦਾਰੀ ਵਿੱਚ ਪੈਂਦੇ ਹਾਂ, ਨਾ ਅਸੀਂ ਸ਼ਹਿਰ ਬਾਜ਼ਾਰਾਂ ਵਿੱਚ ਸਾਨੂੰ ਜਾਣ ਦੀ ਲੋੜ ਹੈ, ਨਾ ਸਾਨੂੰ ਆਮ ਲੋਕਾਂ ਨਾਲ ਮਿਲਣ ਦੀ ਲੋੜ ਹੈ, ਘਰਾਂ ਮਕਾਨਾਂ ਦੀ ਲੋੜ ਨਹੀਂ। ਸਗੋਂ ਰੂਖ ਬਿਰਖ ਉਦਿਆਨੇ, ਕਿਸੇ ਰੁੱਖ ਥੱਲੇ, ਕਿਸੇ ਵਰਕਸ਼ ਥੱਲੇ ਅਸੀਂ ਵਸਦੇ ਹਾਂ, ਜੰਗਲਾਂ ਦੇ ਵਿੱਚ। ਕੰਦ ਮੂਲ ਆਹਾਰੋ ਖਾਈਏ, ਔਧੂ ਬੋਲੇ ਗਿਆਨੇ। ਖਾਈਏ ਤੇ ਵਿਸਰਾਮ ਲਗਾਵਾਂਗੇ। ਕੰਦ ਦਾ ਮਤਲਬ ਹੈ ਧਰਤੀ ਦੇ ਅੰਦਰ ਉੱਗਣ ਵਾਲੀਆਂ ਚੀਜ਼ਾਂ। ਕੰਦ ਜਿਵੇਂ ਗਾਜਰ ਜਾਂ ਮੂਲੀ ਹੈ, ਸਬਜ਼ੀਆਂ ਨੇ। ਤੇ ਮੂਲ ਦਾ ਮਤਲਬ ਮੂਲੀ, ਕੰਦ ਮੂਲ ਦਾ ਮਤਲਬ ਮੂਲੀ ਆਦਿਕ, ਜਿਹੜੀਆਂ ਚੀਜ਼ਾਂ ਜ਼ਮੀਨ ਦੇ ਵਿੱਚ ਉੱਗਦੀਆਂ ਨੇ ਉਹਨਾਂ ਨੂੰ ਕੰਦ ਮੂਲ ਕਹਿ ਦਿੰਦੇ ਨੇ। ਖੁਰਾਕ, ਆਹਾਰੋ ਦਾ ਮਤਲਬ ਖੁਰਾਕ। ਔਧੂ ਦਾ ਮੀਨਿੰਗ ਹੈ ਵਿਰਕਤ, ਜੋਗੀ। ਬੋਲੇ ਦਾ ਭਾਵ ਬੋਲਿਆ। ਤਾਂ ਹੁਣ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰ ਕਰਦਿਆਂ ਅਗਲੀ ਗੱਲ ਜੋਗੀ ਬੋਲ ਰਿਹਾ ਹੈ ਕਿ ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ। ਜੋਗੀ ਲੋਹਾਰੀਪਾ ਨੇ ਜੋਗ ਦਾ ਗਿਆਨ ਮਾਰਗ ਇੰਜ ਦੱਸਿਆ। ਜੋਗੀ ਇਹ ਔਧੂ ਬੋਲੇ ਗਿਆਨੇ ਦਾ ਮਤਲਬ ਆਪਣੇ ਗਿਆਨ ਦੀ ਗੱਲ ਕਰ ਰਿਹਾ ਹੈ। ਇਹ ਜੋਗੀਆਂ ਦੀ ਗੱਲ ਹੈ। ਕੰਦ ਮੂਲ ਆਹਾਰੋ ਖਾਈਏ, ਕਿ ਅਸੀਂ ਕੰਦ ਮੂਲ ਖਾਂਦੇ ਹਾਂ, ਗਾਜਰ ਮੂਲੀ ਵਗੈਰਾ ਖਾ ਕੇ ਮੈਂ ਗੁਜ਼ਾਰਾ ਕਰਦੇ ਹਾਂ। ਹੁਣ ਦੇਖੋ, ਜੇ ਸਿਰਫ ਇਸ ਇੱਕ ਪੰਕਤੀ ਨੂੰ ਲੈ ਲਵੀਏ ਤੇ ਗੁਰੂ ਜੀ ਕਹਿੰਦੇ ਹਨ ਕੰਦ ਮੂਲ ਆਹਾਰੋ ਖਾਈਏ, ਔਧੂ ਬੋਲੇ ਗਿਆਨੇ, ਕਿ ਕੰਦ ਮੂਲ ਆਹਾਰ ਖਾਣਾ ਚਾਹੀਦਾ, ਤੇ ਗੁਰੂ ਨਾਨਕ ਦੇਵ ਦੀ ਵਿਚਾਰ ਨਹੀਂ ਹੈ। ਇਹ ਯੋਗੀਆਂ ਦੀ ਵਿਚਾਰ ਹੈ। ਉਹ ਪੇਸ਼ ਕਰ ਰਹੇ ਨੇ ਆਪਣੇ ਵਿਚਾਰ ਨੂੰ ਕਿ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ। ਇਹ ਗੁਰੂ ਨਾਨਕ ਦੇਵ ਦੀ ਵਿਚਾਰ ਨਹੀਂ, ਇਹ ਵਿਚਾਰ ਜੋਗੀਆਂ ਦੀ ਹੈ। ਉਹ ਦੱਸ ਰਹੇ ਨੇ ਕਿ ਅਸੀਂ ਦੁਨੀਆ ਦੇ ਝਮੇਲਿਆਂ ਤੋਂ ਵੱਖਰੇ ਰਹਿੰਦੇ ਹਾਂ, ਰੁੱਖਾਂ ਦਰਖਤਾਂ ਥੱਲੇ ਜੰਗਲ ਦੇ ਅੰਦਰ ਵਸ ਲੈਂਦੇ ਹਾਂ, ਕੰਦ ਮੂਲ ਆਦਿ ਖਾ ਕੇ ਗੁਜ਼ਾਰਾ ਕਰਦੇ ਹਾਂ। ਇਹ ਜੋਗੀ ਜਿਹੜਾ ਹੈ ਨਾ, ਔਧੂ ਦਾ ਮਤਲਬ ਵਿਰਕਤ ਜੋਗੀ ਬੋਲ ਰਿਹਾ ਹੈ। ਅੱਗੇ ਕਹਿੰਦੇ ਨੇ, ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ। ਨਾਈਏ ਸ਼ਬਦ ਲਿਖਿਆ ਹੈ, ਨਾਈਐ, ਇਹਨੂੰ ਨਾਈਏ ਨਹੀਂ ਪੜਨਾ, ਨੰਨੇ ਦੇ ਪੈਰ ਥੱਲੇ ਅੱਧਾ ਹਾਹਾ ਲਗਾਣਾ ਹੈ। ਤੀਰਥ ਨਾਈਐ, ਇੱਥੇ ਵਿਸਰਾਮ ਲੱਗੇਗਾ। ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ। ਹੁਣ ਇਹ ਪੰਕਤੀ ਜੋਗੀਆਂ ਵੱਲੋਂ ਉਚਾਰਨ ਕੀਤੀ ਹੋਈ ਹੈ। ਜੇ ਹੁਣ ਇਸ ਕੱਲੀ ਪੰਕਤੀ ਨੂੰ ਲੈ ਕੇ ਅਸੀਂ ਵਿਚਾਰ ਕਰੀਏ, ਕੋਈ ਇੱਕ ਕੱਲੀ ਪੰਕਤੀ ਨੂੰ ਲੈ ਲਵੇ ਤੇ ਕਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਲਿਖਿਆ ਹੈ ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ, ਤੇ ਜਿਹਦਾ ਮੀਨਿੰਗ ਇਹ ਹੈ ਕਿ ਤੀਰਥਾਂ ਤੇ ਇਸ਼ਨਾਨ ਕਰਦੇ ਆ, ਇਹਦਾ ਫਲ ਮਿਲਦਾ ਹੈ ਸੁਖ, ਤੇ ਮਨ ਨੂੰ ਮੈਲ ਵੀ ਨਹੀਂ ਲੱਗਦੀ। ਅਰਥ ਤਾਂ ਇਹੀ ਹੈ ਨਾ, ਤੀਰਥਾਂ ਤੇ ਇਸ਼ਨਾਨ ਕਰਦੇ ਆ, ਸੁਖ ਰੂਪ ਫਲ ਮਿਲਦਾ ਹੈ ਤੇ ਮਨ ਨੂੰ ਕੋਈ ਮੈਲ ਵੀ ਨਹੀਂ ਲੱਗਦੀ। ਪਰ ਇਹ ਗੱਲ ਜੋਗੀਆਂ ਦੀ ਹੈ, ਗੁਰੂ ਨਾਨਕ ਦੇਵ ਦੇ ਇਹ ਵਿਚਾਰ ਨਹੀਂ ਹਨ। ਜੋਗੀ ਆਪਣਾ ਵਿਚਾਰ ਦੱਸ ਰਹੇ ਨੇ ਕਿ ਅਸੀਂ ਰੁੱਖਾਂ ਦਰਖਤਾਂ ਥੱਲੇ ਆਰਾਮ ਕਰ ਲੈਂਦੇ ਆ, ਜੰਗਲਾਂ ਵਿੱਚ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਆ, ਦੁਨੀਆ ਦੇ ਝਮੇਲਿਆਂ ਤੋਂ ਵੱਖਰੇ ਰਹਿੰਦੇ ਆ, ਤੀਰਥਾਂ ਤੇ ਇਸ਼ਨਾਨ ਕਰਦੇ ਆ, ਇਹਦੇ ਨਾਲ ਸਾਨੂੰ ਸੁੱਖਾਂ ਦਾ ਫਲ ਮਿਲਦਾ ਹੈ ਔਰ ਮਨ ਨੂੰ ਮੈਲ ਵੀ ਨਹੀਂ ਲੱਗਦੀ। ਇਸ ਤਰ੍ਹਾਂ ਅਸੀਂ ਸ਼ੁੱਧ ਔਰ ਸਪਸ਼ਟ ਜ਼ਿੰਦਗੀ ਜੀਂਦੇ ਆ। ਇਹ ਵਿਚਾਰ ਜੋਗੀ ਦੱਸ ਰਹੇ ਨੇ। ਗੋਰਖਪੂਤ ਲੋਹਾਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਸਾਈ ਦਾ ਮਤਲਬ ਇਹੀ, ਗੋਰਖਪੂਤ ਦਾ ਮਤਲਬ ਗੋਰਖਨਾਥ ਦਾ ਪੁੱਤਰ ਯਾਨੀ ਚੇਲਾ। ਇੱਥੇ ਗੋਰਖਪੂਤ ਦਾ ਮਤਲਬ ਗੋਰਖਨਾਥ ਦਾ ਚੇਲਾ ਹੈ ਤੇ ਇਹਦਾ ਨਾਂ ਹੈ ਲੋਹਾਰੀਪਾ। ਗੋਰਖਪੂਤ
ਗੋਰਖ ਦਾ ਚੇਲਾ ਲੋਹਾਰੀਪਾ ਬੋਲਿਆ। ਲੋਹਾਰੀਪਾ ਜਿਹੜਾ ਹੈ ਉਹ ਬੋਲਿਆ ਹੈ, ਜੋਗ ਜੁਗਤ ਵਿਦ ਸਾਈ, ਕਿ ਇਹ ਜੋਗ ਦੀ ਜੁਗਤੀ ਹੈ, ਰੱਬ ਦੇ ਨਾਲ ਜੁੜਨ ਦੀ ਇਹ ਜੁਗਤੀ ਹੈ। ਅਸੀਂ ਐਵੇਂ ਰੱਬ ਦੇ ਨਾਲ ਜੁੜੇ ਰਹਿੰਦੇ ਹਾਂ। ਇਹ ਉੱਤਰ ਜਿਹੜੇ ਨੇ ਜੋਗੀਆਂ ਨੇ ਦਿੱਤੇ ਨੇ, ਇਹ ਆਪਣਾ ਮਤ ਜੋਗੀਆਂ ਨੇ ਪੇਸ਼ ਕੀਤਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ, ਗੁਰੂ ਨਾਨਕ ਦੇਵ ਜੀ ਦੀ ਵਿਚਾਰ ਹੁਣ ਅਗਲੀ ਹੈ, ਉੱਤਰ ਇਹ ਦੇ ਰਹੇ ਨੇ ਕਿ ਅਸਲੀਅਤ ਕੀ ਹੈ, ਅਸਲ ਦੇ ਅੰਦਰ ਕਿਵੇਂ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਸਾਰੇ ਲੋਕ ਦੁਨੀਆ ਨੂੰ ਛੱਡ ਕੇ ਚਲੇ ਜਾਣ, ਰੁੱਖਾਂ ਦਰਖਤਾਂ ਥੱਲੇ ਸੌਣ, ਤਾਂ ਫਿਰ ਕੀ ਗੁਜ਼ਾਰਾ ਹੋ ਜਾਏਗਾ? ਜ਼ਿੰਦਗੀ ਨਹੀਂ ਨਾ ਚੱਲ ਸਕਦੀ, ਚੱਲ ਹੀ ਨਹੀਂ ਸਕਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਪਿਆਰਿਓ, ਗੱਲ ਇਹ ਨਹੀਂ ਹੈ ਕਿ ਦੁਨੀਆ ਨੂੰ ਛੱਡ ਜਾਓ, ਰੁੱਖਾਂ ਦਰਖਤਾਂ ਥੱਲੇ ਸੌਂਦੇ ਫਿਰੋ। ਇਹ ਚੀਜ਼ ਨਹੀਂ ਹੈ। ਅਸਲੀਅਤ ਇਹ ਹੈ ਕਿ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿਤ ਨਾ ਡੋਲਾਈ। ਇੱਥੇ ਡੁਲਾਈ ਪੜਾਂਗੇ, ਔਂਕੜ ਵਾਲਾ ਪੜਨਾ ਹੈ। ਸ਼ਬਦ ਹੈ ਡੋਲਾਈ, ਪਰ ਇੱਥੇ ਛੰਦ ਨੂੰ ਪੂਰਾ ਰੱਖਣ ਵਾਸਤੇ ਔਂਕੜ ਲਗਾਇਆ ਹੈ। ਡੁਲਾਈ, ਡੱਡੇ ਦੇ ਥੱਲੇ ਔਂਕੜ ਵੀ ਹੈ, ਹੂੜਾ ਵੀ ਹੈ। ਮੂਲ ਸ਼ਬਦ ਹੈ ਡੋਲਾਈ ਹੂੜੇ ਨਾਲ, ਲੇਕਿਨ ਉਚਾਰਨ ਹੋਏਗਾ ਔਂਕੜ ਨਾਲ, ਡੁਲਾਈ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿਤ ਨਾ ਡੁਲਾਈ। ਗੁਰੂ ਜੀ ਕਹਿੰਦੇ ਨੇ ਕਿ ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆ ਦੇ ਧੰਦਿਆਂ ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾ ਆਏ, ਮਨੁੱਖ ਸੌ ਨਾ ਜਾਏ, ਯਾਨੀ ਗਫਲਤ ਨਾ ਹੋ ਜਾਏ, ਗਫਲਤ ਦੀ ਨੀਂਦ ਵਿੱਚ ਨਾ ਸੋਵੇ। ਨੀਂਦ ਦਾ ਮਤਲਬ ਕਿ ਉਹ ਗਰਕ ਨਾ ਹੋ ਜਾਏ, ਉਹਦੇ ਵਿੱਚ ਫਸ ਨਾ ਜਾਏ, ਔਰ ਪਰਾਏ ਘਰ ਵੱਲ ਵੇਖ ਕੇ ਚਿੱਤ ਨਾ ਡੋਲਣ ਦੇਵੇ। ਪਰਾਏ ਘਰ ਦਾ ਮਤਲਬ ਇੱਥੇ ਪਰਾਇਆ ਧਨ ਵੀ ਹੈ, ਪਰਾਇਆ ਤਨ ਵੀ ਹੈ। ਆਮ ਮਨੁੱਖ ਪਰਾਏ ਤਨ ਔਰ ਧਨ ਨੂੰ ਵੇਖ ਕੇ ਆਪਣਾ ਦੀਨ ਈਮਾਨ ਹਾਰ ਪੈਂਦਾ ਹੈ। ਉਹਦੇ ਮਨ ਦੇ ਅੰਦਰ ਗਲਤ ਭਾਵਨਾਵਾਂ ਪੈਦਾ ਹੁੰਦੀਆਂ ਨੇ। ਕਿਸੇ ਸੁੰਦਰ ਸਰੀਰ ਵਾਲੀ ਔਰਤ ਨੂੰ ਤੱਕ ਕੇ ਉਸ ਦੇ ਅੰਦਰ ਕਾਮ ਵਾਸਨਾ ਜਾਗਦੀ ਹੈ, ਜਾਂ ਪਰਾਏ ਧਨ ਨੂੰ ਵੇਖ ਕੇ ਉਹਦੇ ਅੰਦਰ ਲੋਭ, ਲਾਲਚ ਜਾਂ ਈਰਖਾ ਆਦਿ ਪੈਦਾ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਨਾ ਹੋਵੇ। ਹਾਟੀ ਬਾਟੀ ਨੀਂਦ ਨਾ ਆਵੇ ਦਾ ਮਤਲਬ ਇਹ ਹੈ ਕਿ ਰਹਿ ਬੰਦਾ ਸੰਸਾਰ ਦੇ ਅੰਦਰ, ਲੇਕਿਨ ਇਹਨਾਂ ਪਦਾਰਥਾਂ ਦੇ ਵਿੱਚ ਗਰਕ ਨਾ ਹੋਵੇ। ਮਿਸਾਲ ਵਜੋਂ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ। ਆਪਣੇ ਆਪਣੇ ਪਰਿਵਾਰਾਂ ਨੂੰ ਪਾਲਣਾ, ਆਪਣੇ ਜੀਵਨ ਦਾ ਨਿਰਵਾਹ ਕਰਨਾ ਇਮਾਨਦਾਰੀ ਦੇ ਨਾਲ, ਸੱਚੀ ਸੁੱਚੀ ਕਿਰਤ ਕਰਕੇ, ਇਹ ਹਰ ਇਨਸਾਨ ਦਾ ਹੱਕ ਹੈ, ਹਰ ਇਨਸਾਨ ਦਾ ਫਰਜ਼ ਹੈ। ਪਰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕਿਸੇ ਦੇ ਪਰਿਵਾਰ ਨੂੰ ਬਰਬਾਦ ਕਰ ਦੇਣਾ, ਜਿਹੜਾ ਬੰਦਾ ਮੋਹ 'ਚ ਫਸਿਆ ਹੋਏਗਾ ਨਾ, ਉਹ ਐਵੇਂ ਹੀ ਕਰੇਗਾ। ਆਪਣੀ ਇੱਜ਼ਤ ਵਾਸਤੇ ਕਿਸੇ ਦੀ ਬੇਇੱਜ਼ਤੀ ਕਰਨੀ, ਆਪਣੇ ਸੁੱਖਾਂ ਵਾਸਤੇ ਕਿਸੇ ਨੂੰ ਦੁੱਖਾਂ ਦੇ ਸਾਗਰ ਵਿੱਚ ਧਕੇਲਣਾ, ਆਪਣੇ ਰਾਸਤੇ ਵਿੱਚ ਫੁੱਲ ਖਿੜਾਉਣ ਲਈ ਕਿਸੇ ਦੇ ਰਾਸਤੇ ਦੇ ਅੰਦਰ ਕੰਡੇ ਬੀਜਣੇ, ਇਹ ਗਲਤ ਹੈ। ਇਸੇ ਨੂੰ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ, ਕਿ ਸੰਸਾਰ ਦੇ ਅੰਦਰ ਵਿਚਰਦਿਆਂ ਅਵਿਦਿਆ ਦੀ ਨੀਂਦ ਨਾ ਆਵੇ, ਬੰਦਾ ਸੁਚੇਤ ਰਹੇ ਔਰ ਪਰਾਏ ਘਰਾਂ ਨੂੰ ਵੇਖ ਕੇ ਆਪਣੇ ਚਿੱਤ ਨੂੰ ਡੋਲਣ ਨਾ ਦੇਵੇ। ਇਹ ਸਹੀ ਮਾਰਗ ਹੈ, ਇਹ ਜੀਵਨ ਦਾ ਸਹੀ ਰਾਸਤਾ ਹੈ। ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਕੰਨ ਪੜਵਾਉਣ ਦੀ ਜ਼ਰੂਰਤ ਨਹੀਂ, ਕਾਰੋਬਾਰ ਛੱਡਣ ਦੀ ਲੋੜ ਨਹੀਂ। ਲੋੜ ਤਾਂ ਇਹ ਹੈ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕੀਤਾ ਜਾਏ। ਲੋੜ ਤਾਂ ਇਹ ਹੈ ਕਿ ਜਗਤ ਦੇ ਅੰਦਰ ਜ਼ਿੰਦਗੀ ਜੀਂਦਿਆਂ ਵਿਕਾਰਾਂ ਤੋਂ ਬਚਿਆ ਜਾਏ, ਈਰਖਾ, ਦਵੇਸ਼, ਵੈਰ, ਵਿਰੋਧ ਨੂੰ ਖਤਮ ਕੀਤਾ ਜਾਏ, ਆਪਣੇ ਚਿੱਤ ਨੂੰ ਸੱਚ ਦੇ ਨਾਲ ਜੋੜ ਕੇ ਰੱਖਿਆ ਜਾਏ। ਬਿਨ ਨਾਮੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਬਿਨ ਨਾਮੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਭੂਖ ਦਾ ਮਤਲਬ ਤ੍ਰਿਸ਼ਨਾ, ਨਾਮ ਦਾ ਮਤਲਬ ਹੁਕਮ। ਬਿਨਾਂ ਹੁਕਮ ਦੀ ਸੂਝ ਤੋਂ ਮਨ ਟੇਕ ਨਾ ਟਿਕਈ, ਮਨ ਟਿਕ ਕੇ ਰਹਿ ਨਹੀਂ ਸਕਦਾ। ਨਾਨਕ ਭੂਖ ਨਾ ਜਾਈ, ਤੇ ਜਦੋਂ ਤੱਕ ਮਨ ਨਹੀਂ ਟਿਕਦਾ ਉਦੋਂ ਤੱਕ ਇਹਦੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਨਹੀਂ ਮਿਟਦੀ। ਹੁਣ ਬਿਨ ਨਾਮੈ, ਨਾਮੈ ਦਾ ਮਤਲਬ ਜੋ ਰੱਬੀ ਗੁਣ ਹੈ, ਰੱਬੀ ਰਜਾ ਹੈ। ਜਦ ਤੱਕ ਰੱਬੀ ਰਜਾ ਦੀ ਸਮਝ ਨਹੀਂ ਆਉਂਦੀ,
ਔਰ ਜਦੋਂ ਤੱਕ ਕਿ ਰੱਬੀ ਗੁਣਾਂ ਦੇ ਨਾਲ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ, ਉਦੋਂ ਤੱਕ ਇਹਦਾ ਮਨ ਟਿਕੇਗਾ ਨਹੀਂ। ਹੁਕਮ ਦੀ ਸਮਝ ਚਾਹੀਦੀ ਨਾ, ਸਿਸਟਮ ਦਾ ਪਤਾ ਹੋਣਾ ਚਾਹੀਦਾ ਕਿ ਇਹ ਦੁਨੀਆ ਜਿਹੜੀ ਹੈ ਕਿਵੇਂ ਚੱਲ ਰਹੀ ਹੈ, ਰਜ਼ਾ ਦੇ ਅੰਦਰ, ਭਾਣੇ ਦੇ ਅੰਦਰ। ਹਰ ਚੀਜ਼ ਦੇ ਨੇਮ ਨੇ, ਨੇਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੇ ਇਹਨਾਂ ਨੇਮਾਂ ਦਾ ਗਿਆਨ ਹੋ ਜਾਏ ਔਰ ਇਹਨਾਂ ਨੇਮਾਂ ਨੂੰ ਬੰਦਾ ਸਮਝ ਲਵੇ, ਤਾਂ ਇਹਦਾ ਮਨ ਜਿਹੜਾ ਟਿਕ ਸਕਦਾ ਹੈ। ਤੇ ਜੇ ਗਿਆਨ ਨਹੀਂ ਹੈ, ਜੇ ਗੁਣਾਂ ਦੇ ਨਾਲ ਨਹੀਂ ਜੁੜਿਆ, ਤਾਂ ਫਿਰ ਔਗਣਾਂ ਵੱਲ ਤਾਂ ਮਨ ਜਾਏਗਾ ਹੀ ਜਾਏਗਾ ਨਾ। ਦੇਖੋ, ਮਨ ਦੇ ਅੰਦਰ ਵਿਚਾਰ ਪੈਦਾ ਹੋਣੇ ਹੀ ਹੋਣੇ ਨੇ। ਮਨ ਸੰਕਲਪਾਂ ਵਿਕਲਪਾਂ ਦੀ ਸੰਗ੍ਰਹਿ ਸ਼ਕਤੀ ਹੈ। ਮਨ ਚੋਂ ਵਿਚਾਰ ਪੈਦਾ ਹੋਣਗੇ ਹੀ ਹੋਣਗੇ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਮਨ ਵਿੱਚ ਵਿਚਾਰ ਚੰਗੇ ਪੈਦਾ ਹੋਣ ਜਾਂ ਮਾੜੇ ਪੈਦਾ ਹੋਣ। ਜੇ ਸੱਚ ਦੇ ਨਾਲ ਮਨ ਨਹੀਂ ਜੁੜਿਆ, ਜੇ ਸੱਚ ਨੂੰ ਆਪਣੀ ਜ਼ਿੰਦਗੀ ਦਾ ਬੇਸ ਨਹੀਂ ਬਣਾਇਆ, ਤਾਂ ਫਿਰ ਝੂਠ ਫਰੇਬ ਦੇ ਵਿਚਾਰ ਪੈਦਾ ਹੋਣਗੇ ਹੀ ਹੋਣਗੇ, ਆਟੋਮੈਟਿਕਲੀ ਹੋਣਗੇ। ਜੇ ਸੰਤੋਖ ਨੂੰ ਆਪਣੇ ਜੀਵਨ ਦਾ ਬੇਸ ਨਹੀਂ ਬਣਾਇਆ, ਤਾਂ ਲਾਲਚ ਔਰ ਤ੍ਰਿਸ਼ਨਾ ਆਟੋਮੈਟਿਕਲੀ ਪੈਦਾ ਹੋਣਗੇ, ਕਿਉਂਕਿ ਜਿੱਥੇ ਚਾਨਣ ਨਹੀਂ ਹੈ, ਉੱਥੇ ਹਨੇਰਾ ਆਟੋਮੈਟਿਕਲੀ ਹੋ ਜਾਏਗਾ। ਹਨੇਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਚਾਨਣੇ ਨੂੰ ਪਾਸੇ ਕਰ ਦੋ, ਹਨੇਰਾ ਹੋਏਗਾ। ਸੱਚ ਨੂੰ ਪਾਸੇ ਕਰ ਦਿਆਂਗੇ, ਝੂਠ ਆਟੋਮੈਟਿਕਲੀ ਆ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਸੱਚ ਤੋਂ ਬਿਨਾਂ ਮਨ ਜਿਹੜਾ ਹੈ ਟਿਕਦਾ ਨਹੀਂ, ਔਰ ਸੱਚ ਨੂੰ ਸਮਝਣ ਤੋਂ ਬਿਨਾਂ, ਸੱਚ ਨੂੰ ਆਧਾਰ ਬਣਾਉਣ ਤੋਂ ਬਿਨਾਂ ਬੰਦੇ ਦੀ ਭੁੱਖ ਵੀ ਨਹੀਂ ਜਾਂਦੀ, ਤ੍ਰਿਸ਼ਨਾ ਵੀ ਨਹੀਂ ਜਾਂਦੀ। ਇਸ ਲਈ ਸੰਸਾਰ ਦੇ ਅੰਦਰ ਰਹਿੰਦਿਆਂ ਆਪਣੇ ਜੀਵਨ ਦਾ ਜਿਹੜਾ ਗੋਲ ਹੈ, ਆਦਰਸ਼ ਹੈ, ਉਹ ਉੱਚਾ ਬਣਾਉਣਾ ਹੈ। ਜੇ ਸੰਸਾਰ ਨੂੰ ਛੱਡ ਕੇ ਵੀ ਚਲੇ ਗਏ, ਕੋਈ ਜੰਗਲਾਂ ਵਿੱਚ ਵੀ ਚਲਾ ਜਾਏ, ਪਰ ਜੇ ਉਹਦਾ ਆਦਰਸ਼ ਉੱਚਾ ਨਹੀਂ, ਤਾਂ ਤ੍ਰਿਸ਼ਨਾ ਤਾਂ ਉੱਥੇ ਵੀ ਘੇਰੇਗੀ। ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਹੁਣ ਜਿਹੜੇ ਬਾਬੇ ਦੁਨੀਆ ਨੂੰ ਛੱਡ ਗਏ ਨੇ, ਵੈਰਾਗੀ ਹੋ ਗਏ, ਵਿਆਹ ਸ਼ਾਦੀ ਨਹੀਂ ਕਰਾਈ, ਕੁਛ ਨੇ ਡੇਰੇ ਬਣਾ ਲਏ ਔਰ ਕੁਛ ਬਿਨਾਂ ਡੇਰਿਆਂ ਤੋਂ ਨੇ, ਜੰਗਲਾਂ ਵਿੱਚ ਵਿਚਰਦੇ ਅੱਜ ਵੀ ਵੇਖੇ ਜਾ ਸਕਦੇ ਨੇ। ਜਦੋਂ ਵੱਡੇ ਮੇਲੇ ਹੁੰਦੇ ਨੇ, ਤਾਂ ਲੱਖਾਂ ਦੀ ਗਿਣਤੀ ਵਿੱਚ ਆ ਜਾਂਦੇ ਨੇ ਨਾ ਨਾਂਗੇ ਸਾਧ। ਤੇ ਪਿੱਛੇ ਇੱਕ ਵਾਰ ਲੜਾਈ ਹੋਈ ਸੀ, ਮੇਰੇ ਖਿਆਲ 2-4-5 ਸਾਲ ਪਹਿਲਾਂ। ਨਾਂਗੇ ਸਾਧੂ ਹੀ ਆਪਸ ਚ ਲੜ ਪਏ ਸਨ ਤੇ ਇੱਕ ਦੂਜੇ ਦੇ ਸਿਰ ਪਾੜੇ ਤੇ ਸਾਰਾ ਕੁਝ। ਹੁਣ ਅਸੀਂ ਤਾਂ ਗ੍ਰਸਤੀਆਂ, ਅਸੀਂ ਤਾਂ ਲੜ ਰਹੇ ਹਾਂ ਕਿਸੇ ਚੀਜ਼ ਤੋਂ, ਤੇ ਜਿਹੜੇ ਨਾਂਗੇ ਨੇ, ਜਿਨ੍ਹਾਂ ਨੇ ਕੱਪੜੇ ਵੀ ਲਾ ਦਿੱਤੇ ਨੇ ਕਿ ਸਾਨੂੰ ਕੱਪੜਿਆਂ ਦੀ ਵੀ ਲੋੜ ਨਹੀਂ, ਸਾਨੂੰ ਕਿਸੇ ਸ਼ੈ ਦੀ ਜ਼ਰੂਰਤ ਹੀ ਨਹੀਂ ਹੈ, ਅਸੀਂ ਤੇ ਵਸਤਰ ਵੀ ਤਿਆਗ ਦਿੱਤੇ ਨੇ, ਅੰਦਰੋਂ ਬਾਹਰੋਂ ਇੱਕ ਆ, ਉਹ ਵੀ ਇੱਕ ਦੂਜੇ ਦੇ ਸਿਰ ਪਾੜ ਰਹੇ ਨੇ। ਤਾਂ ਮਤਲਬ ਗੱਲ ਤਾਂ ਸੋਚਦੀ ਹੈ ਨਾ ਕਿ ਅੰਦਰ ਕੀ ਮੰਗ ਰਿਹਾ ਹੈ, ਬਿਰਤੀ ਕੈਸੀ ਹੈ। ਗੱਲ ਸੰਸਾਰ ਵਿੱਚ ਰਹਿਣ ਦੀ ਔਰ ਸੰਸਾਰ ਨੂੰ ਛੱਡਣ ਦੀ ਨਹੀਂ ਹੈ, ਗੱਲ ਸੋਚ ਦੀ ਹੈ। ਜੇ ਸੋਚ ਨੀਵੀਂ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਦੇਸ਼ ਛੱਡ ਕੇ ਪਰਦੇਸਾਂ ਦੇ ਅੰਦਰ ਬੰਦਾ ਤੁਰ ਜਾਏ, ਪੰਜ ਚੰਡਾਲ ਨਾਲੇ ਲੈ ਆਇਆ, ਕਾਮ ਕ੍ਰੋਧ ਤੇ ਨਾਲ ਹੀ ਨੇ। ਹੁਣ ਅਸੀਂ ਦੇਖੋ, ਗ੍ਰਸਤੀਆਂ ਬੰਦੇ ਸਾਰੇ, ਅਸੀਂ ਇੰਡੀਆ ਛੱਡ ਕੇ ਇੰਗਲੈਂਡ ਆ ਗਏ, ਤਾਂ ਇੰਗਲੈਂਡ ਆਉਣ ਦੇ ਨਾਲ ਕੋਈ ਸਾਡੀ ਸੁਰਤ ਥੋੜਾ ਬਦਲ ਗਈ। ਮੱਤ ਤੇ ਸਾਡੀ ਹੋ ਰਹੀ ਨਾ, ਅਸੀਂ ਇੱਥੇ ਵੀ ਲੜਦੇ ਹਾਂ, ਝਗੜਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਅਸੀਂ ਲੜ ਝਗੜ ਰਹੇ ਹਾਂ। ਆਮ ਬੰਦਾ ਸੁਭਾਅ ਤਾਂ ਰਿਹਾ ਨਾ, ਉਹ ਜੇ ਸੁਭਾਅ ਇੰਗਲੈਂਡ ਲੈ ਆਓਗੇ, ਤਾਂ ਇੰਗਲੈਂਡ ਵੀ ਆ ਜਾਓ, ਤਾਂ ਵੀ ਸੁੱਖ ਦੁੱਖ ਨਾਲ ਆਉਣਗੇ, ਕਿਉਂਕਿ ਸੁਭਾਅ ਨਾਲ ਹੈ। ਅਮਰੀਕਾ ਚਲੇ ਜਾਓ, ਕੱਲ ਨੂੰ ਮੰਗਲ ਗ੍ਰਹਿ ਤੇ ਕਲੋਨੀਆਂ ਬਣ ਜਾਣ, ਉੱਥੇ ਚਲੇ ਜਾਓ, ਜੇ ਸਾਡਾ ਸੁਭਾਅ ਇਹ ਰਹੇਗਾ, ਤਾਂ ਫਿਰ ਮੰਗਲ ਗ੍ਰਹਿ ਨੇ ਥੋੜੀ ਸਾਨੂੰ ਸੁੱਖ ਦੇਣਾ ਹੈ। ਸੁੱਖ ਤਾਂ ਜਾਂ ਦੁੱਖ ਜਿਹੜਾ ਹੈ, ਉਹ ਤੇ ਸਾਡੇ ਸੁਭਾਅ ਕਰਕੇ ਹੈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਨਾਵੇਂ ਦਾ ਮਤਲਬ ਸੱਚ, ਨਾਵੇਂ ਦਾ ਮਤਲਬ ਜੋ ਹੁਕਮ ਹੈ, ਉਹਨੂੰ ਸਮਝਣ ਤੋਂ ਬਿਨਾਂ ਮਨ ਟਿਕਦਾ ਨਹੀਂ, ਔਰ ਮਨ ਦੇ ਟਿਕਣ ਤੋਂ ਬਿਨਾਂ, ਉੱਚਾ ਆਦਰਸ਼ ਬਣਾਉਣ ਤੋਂ ਬਿਨਾਂ ਕਦੇ ਵੀ ਬੰਦੇ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ, ਉਹ ਚਾਹੇ ਸੰਸਾਰ ਵਿੱਚ ਰਹੀ ਜਾਏ ਜਾਂ ਸੰਸਾਰ ਨੂੰ ਤਿਆਗ ਜਾਏ। ਹਾਟ ਪੱਟਣ ਘਰ, ਇੱਥੇ ਵਿਸ਼ਰਾਮ ਲਗਾਵਾਂਗੇ ਘਰ ਤੇ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੂੰ ਸਤਿਗੁਰ ਨੇ ਅਸਲ ਘਰ ਵਿਖਾ ਦਿੱਤਾ ਹੈ, ਉਹ ਟਿਕਾਣਾ ਸ਼ਹਿਰ ਘਰ ਵਿੱਚ ਹੀ ਵਿਖਾ ਦਿੱਤਾ ਹੈ। ਉਹ ਦੁਨੀਆ ਦੇ ਧੰਦਿਆਂ ਵਿੱਚ ਅਡੋਲ ਰਹਿ ਕੇ ਸੱਚ ਦਾ ਵਪਾਰ ਕਰਦਾ ਹੈ। ਹਾਟ ਪੱਟਣ, ਹਾਟ ਦਾ ਮਤਲਬ ਅਸਲੀ ਵਪਾਰ, ਨਾਮ ਵਿਹਾਜਣ ਵਾਸਤੇ, ਪੱਟਣ ਦੁਕਾਨ,
ਪਟਨ ਦਾ ਮਤਲਬ ਸ਼ਹਿਰ ਤੇ ਹਾਟ ਦਾ ਮਤਲਬ ਹੱਟੀ ਦੁਕਾਨ। ਸਹਿਜੇ ਦਾ ਮਤਲਬ ਸਹਿਜ ਅਵਸਥਾ ਵਿੱਚ ਟਿਕ ਕੇ, ਅਡੋਲ ਰਹਿ ਕੇ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਨੇ ਸ਼ਹਿਰ ਘਰ ਹਿਰਦੇ ਵਿੱਚ ਹੀ ਵਿਖਾ ਦਿੱਤਾ, ਕਾਦੇ ਵਪਾਰ ਵਾਸਤੇ? ਸਹਿਜੇ ਸੱਚ ਵਪਾਰੋ, ਉਹ ਆਤਮਕ ਅਡੋਲਤਾ ਦੇ ਅੰਦਰ ਟਿਕ ਕੇ ਸੱਚ ਦਾ ਵਪਾਰ ਕਰਦਾ ਹੈ। ਗੁਰੂ ਨੇ ਵਿਖਾ ਦਿੱਤਾ ਘਰ ਸ਼ਹਿਰ ਹਿਰਦੇ ਦੇ ਵਿੱਚ, ਸੰਸਾਰ ਦੇ ਵਿੱਚ ਰਹਿੰਦਿਆਂ। ਬੇਸ਼ੱਕ ਸ਼ਹਿਰ ਨੇ, ਦੁਕਾਨਾਂ ਨੇ, ਘਰ ਹੈ, ਮਕਾਨ ਨੇ, ਕਿਰਤ ਹੈ, ਸਾਰਾ ਕੁਝ ਸੰਸਾਰ ਦੇ ਵਿੱਚ ਰਹਿੰਦਿਆਂ ਗੁਰੂ ਨੇ ਘਰ ਵਿਖਾ ਦਿੱਤਾ, ਟਿਕਾਣਾ ਵਿਖਾ ਦਿੱਤਾ ਕਿ ਸੱਚ ਤੇਰੇ ਅੰਦਰ ਹੈ, ਸ਼ਾਂਤੀ ਤੇਰੇ ਅੰਦਰ ਹੈ, ਰੱਬ ਤੇਰੇ ਅੰਦਰ ਹੈ, ਬਾਹਰ ਜਾਣ ਦੀ ਤੈਨੂੰ ਜ਼ਰੂਰਤ ਨਹੀਂ ਹੈ। ਤਾਂ ਜਿਹਨੂੰ ਗੁਰੂ ਨੇ ਰਾਸਤਾ ਵਿਖਾ ਦਿੱਤਾ, ਉਹ ਸਹਿਜੇ ਦਾ ਮਤਲਬ ਆਤਮਕ ਅਡੋਲਤਾ ਵਿੱਚ ਟਿਕ ਕੇ, ਸੱਚ ਵਪਾਰੋ ਦਾ ਮਤਲਬ ਸੱਚ ਦਾ ਵਪਾਰ ਕਰਦਾ ਹੈ। ਇਹਨੂੰ ਵਪਾਰੋ ਨਹੀਂ ਪੜਨਾ, ਵਾਪਾਰੋ। ਸਹਿਜੇ ਦਾ ਮਤਲਬ ਆਤਮਕ ਅਡੋਲਤਾ ਵਿੱਚ ਟਿਕ ਕੇ ਸੱਚ ਦਾ ਵਪਾਰ ਕਰਦਾ ਹੈ। ਆਤਮਕ ਅਡੋਲਤਾ ਕੀ ਹੈ? ਮਨ, ਬਚਨ ਔਰ ਕਰਮ ਦੀ ਇਕਸਾਰਤਾ। ਜਿਹਨੂੰ ਗੁਰੂ ਨੇ ਰਾਸਤਾ ਦਿਖਾਇਆ ਹੈ, ਉਹਦੇ ਮਨ ਵਿੱਚ ਵੀ ਸੱਚ, ਉਹਦੇ ਬੋਲਾਂ ਵਿੱਚ ਵੀ ਸੱਚ, ਉਹਦੇ ਵਿਹਾਰ ਵਿੱਚ ਵੀ ਸੱਚ। ਉਹ ਸੱਚ ਦਾ ਵਪਾਰ ਕਰਦਾ ਹੈ ਤੇ ਸੱਚ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਤਾਂ ਅਸਲ ਗੱਲ ਹੈ ਕਿ ਬੰਦਾ ਸੱਚੀ ਜ਼ਿੰਦਗੀ ਜੀਵੇ, ਬੰਦਾ ਸੱਚ ਦੇ ਨਾਲ ਜੁੜੇ। ਜਦੋਂ ਬੰਦਾ ਸੱਚ ਦੇ ਨਾਲ ਜੁੜ ਜਾਏਗਾ ਨਾ, ਇਹ ਸਮਾਜ ਸਾਰਾ, ਉਦੋਂ ਇਹ ਸਮਾਜ ਸਵਰਗ ਹੋ ਜਾਏਗਾ। ਜੇ ਸਾਡਾ ਘਰ ਪਰਿਵਾਰ ਸੱਚ ਨਾਲ ਜੁੜ ਜਾਂਦਾ ਹੈ ਤਾਂ ਸਾਡਾ ਘਰ ਪਰਿਵਾਰ ਸਵਰਗ ਹੋ ਸਕਦਾ ਹੈ, ਇਹ ਪੋਸੀਬਿਲਿਟੀ ਹੈ। ਜੇ ਮੈਂ ਸੱਚ ਦੇ ਨਾਲ ਜੁੜਦਾ ਤਾਂ ਮੈਂ ਸੁਖੀ ਔਰ ਸ਼ਾਂਤ ਹੋ ਸਕਦਾ ਹਾਂ, ਪਰ ਉਹ ਸੱਚ ਅੰਦਰੋਂ ਹੋਵੇ, ਸੱਚ ਮੇਰੀ ਸੋਚ ਦੇ ਅੰਦਰ ਵਸਿਆ ਹੋਵੇ, ਮੇਰਾ ਇਰਾਦਾ ਹੀ ਸੱਚੀ ਜ਼ਿੰਦਗੀ ਜੀਣ ਦਾ ਹੋਵੇ, ਕਿਸੇ ਨੂੰ ਦੁੱਖ ਦੇਣ ਦਾ ਨਹੀਂ, ਆਪਣੀ ਜ਼ਿੰਦਗੀ ਸੱਚੀ ਜੀਣ ਦਾ ਇਰਾਦਾ। ਜੇ ਹਰ ਇਨਸਾਨ ਸੱਚ ਦੇ ਨਾਲ ਜੁੜ ਜਾਏ ਤਾਂ ਇਸ ਦੁਨੀਆ 'ਚ ਕਿੰਨੀਆਂ ਸਾਰੀਆਂ ਸਮੱਸਿਆਵਾਂ ਮੁੱਕ ਜਾਣਗੀਆਂ। ਲੜਾਈਆਂ ਝਗੜੇ ਸਾਡੇ ਝੂਠ ਕਰਕੇ ਹੀ ਨੇ। ਜੇ ਅਸੀਂ ਕਿਸੇ ਦਾ ਬੇਗਾਨਾ ਹੱਕ ਖਾਂਦੇ ਆ ਤੇ ਉੱਥੇ ਝੂਠ ਬੋਲਣਾ ਪਵੇਗਾ ਨਾ ਕਿ ਨਹੀਂ ਇਹ ਹੱਕ ਮੇਰਾ ਬਣਦਾ, ਝੂਠ ਤੇ ਬੋਲਣਾ ਹੀ ਪਵੇਗਾ ਨਾ। ਰਿਸ਼ਵਤ ਲੈਣੀ ਹੈ, ਰਿਸ਼ਵਤ ਦੇਣੀ ਹੈ, ਤਾਂ ਚੋਰੀ ਕਰਨੀ ਹੈ, ਡਾਕਾ ਮਾਰਨਾ ਹੈ, ਸੱਚ ਨੂੰ ਛੱਡਣਾ ਪਵੇਗਾ ਨਾ ਕਿ ਸੱਚ ਕੀ ਹੈ, ਸੱਚਾਈ ਕੀ ਹੈ, ਕਿ ਜਿਹੜੀ ਮੈਂ ਜ਼ਿੰਦਗੀ ਜੀ ਰਿਹਾ ਉਹ ਅਸਲੀ ਸੱਚਾਈ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੂੰ ਗੁਰੂ ਨੇ ਸੱਚ ਵਿਖਾ ਦਿੱਤਾ, ਰਾਸਤਾ ਵਿਖਾ ਦਿੱਤਾ, ਉਹ ਭਾਈ ਆਤਮਕ ਅਡੋਲਤਾ ਦੇ ਅੰਦਰ ਟਿਕ ਕੇ ਸੱਚ ਦਾ ਵਪਾਰ ਕਰਦਾ ਹੈ ਔਰ ਉਹਨੂੰ ਹਿਰਦੇ ਘਰ ਦੇ ਵਿੱਚ ਹੀ ਸੱਚ ਵਿਖਾ ਦਿੱਤਾ ਹੈ। ਬਾਹਰ ਨਹੀਂ ਹੈ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਜੰਗਲ ਜੰਗਲ ਕਿਆ ਪਵੇਂ, ਵਣ ਕੰਡਾ ਮੋੜ ਹੈ। ਗ੍ਰਸਤ ਤਿਆਗਣ ਦੀ ਲੋੜ ਨਹੀਂ। ਗ੍ਰਸਤ ਤਿਆਗ ਕੇ ਰੱਬ ਨੂੰ ਲੱਭਣ ਦਾ ਯਤਨ ਇੱਕ ਭਰਮ ਹੈ, ਅਗਿਆਨਤਾ ਹੈ। ਸੰਸਾਰ ਨੂੰ ਛੱਡ ਕੇ ਯੋਗੀ ਬਣ ਕੇ ਰੱਬ ਨੂੰ ਲੱਭਣ ਦਾ ਯਤਨ ਇੱਕ ਅਗਿਆਨਤਾ ਹੈ, ਕਿਉਂਕਿ ਰੱਬ ਤੋਂ ਵੱਖਰਾ ਤੇ ਕੁਝ ਹੈ ਨਹੀਂ। ਜ਼ਿੰਦਗੀ ਤੇ ਜੀਣੀ ਸੀ ਸੱਚ ਵਾਲੀ, ਚਾਹੇ ਤੁਸੀਂ ਘਰ ਵਿੱਚ ਹੋ, ਬਾਹਰ ਵਿੱਚ ਹੋ, ਸੱਚ ਦੀ ਜ਼ਿੰਦਗੀ ਜੀਣੀ ਸੀ, ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਸੀ ਸੱਚ ਨੂੰ ਆਧਾਰ ਬਣਾ ਕੇ। ਤਾਂ ਅਗਲਾ ਬਚਨ ਗੁਰੂ ਜੀ ਕਰਦੇ ਨੇ, ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਗੁਰੂ ਜੀ ਕਹਿੰਦੇ ਨੇ ਇਹ ਤਤ ਦੀ ਵਿਚਾਰ ਹੈ। ਖੰਡਿਤ ਨਿੰਦਰਾ, ਖੰਡਿਤ ਦਾ ਮਤਲਬ ਘੱਟ ਕੀਤੀ ਹੋਈ ਨੀਂਦ। ਅਲਪ ਆਹਾਰੰ ਦਾ ਮਤਲਬ ਥੋੜਾ ਖਾਣਾ। ਨਾਨਕ ਤਤ ਵਿਚਾਰੋ, ਇਹ ਤਤ ਦੀ ਵਿਚਾਰ ਹੈ, ਇਹ ਉਹਨਾਂ ਦੀ ਵਿਚਾਰ ਹੁੰਦੀ ਹੈ ਕਿਹੜੇ ਜਿਨ੍ਹਾਂ ਨੂੰ ਗੁਰੂ ਨੇ ਰਾਹ ਵਿਖਾ ਦਿੱਤਾ ਹੈ। ਖੰਡਿਤ ਨਿੰਦਰਾ ਦਾ ਮਤਲਬ ਉਹਨਾਂ ਦੀ ਨਿੰਦਰਾ ਖਤਮ ਹੋ ਜਾਂਦੀ ਹੈ। ਇੱਥੇ ਨਿੰਦਰਾ ਦਾ ਮਤਲਬ ਇਹ ਨਹੀਂ ਕਿ ਉਹ ਸੌਂਦੇ ਨਹੀਂ। ਦੇਖੋ ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਆਮ ਜੋ ਤੰਦਰੁਸਤ ਬੰਦਾ ਹੈ ਨਾ, ਆਮ ਉਹਨੂੰ 6 ਤੋਂ ਲੈ ਕੇ 8 ਘੰਟੇ ਤੱਕ ਨੀਂਦ ਦੀ ਜ਼ਰੂਰਤ ਹੁੰਦੀ ਹੈ। ਇੰਨੀ ਨੀਂਦ ਦੇ ਨਾਲ ਜੋ ਬੰਦੇ ਦੇ ਸਰੀਰ ਦੀ ਟੁੱਟ ਭੱਜ ਹੋਈ ਹੁੰਦੀ ਹੈ, ਥਕਾਵਟ ਦੇ ਨਾਲ ਉਹ ਉਹਨੂੰ ਦੁਬਾਰਾ ਰਿਪੇਅਰ ਕਰ ਲੈਂਦਾ ਹੈ। ਇੰਨੀ ਨੀਂਦ ਦੀ ਜ਼ਰੂਰਤ ਹੈ। ਕਿਸੇ ਦੀ ਥੋੜੀ ਵੱਧ ਹੋ ਸਕਦੀ ਹੈ, ਕਿਸੇ ਦੀ ਇਸ ਤੋਂ ਘੱਟ ਹੋ ਸਕਦੀ ਹੈ, ਲੇਕਿਨ ਨੀਂਦ ਦੀ ਸਰੀਰਕ ਤੌਰ ਤੇ ਜ਼ਰੂਰਤ ਹੈ। ਜੇ ਕਿਸੇ ਨੂੰ ਨੀਂਦ ਨਾ ਆਏ ਤਾਂ ਉਹ ਬਿਮਾਰ ਸਮਝਿਆ ਜਾਂਦਾ ਹੈ। ਇੱਥੇ ਖੰਡਿਤ ਨਿੰਦਰਾ ਦਾ ਮਤਲਬ ਹੈ ਕਿ ਉਹ ਅਗਿਆਨ ਦੀ ਨੀਂਦ ਵਿੱਚ ਨਹੀਂ ਸੌਂਦਾ,
ਔਰ ਜਿਹੜਾ ਬੰਦਾ ਜ਼ਿਆਦਾ ਸੁੱਤਾ ਰਹੇਗਾ ਉਹ ਆਲਸੀ ਵੀ ਰਹੇਗਾ, ਤੇ ਜਿਹੜਾ ਮਨੁੱਖ ਆਲਸੀ ਰਹੇਗਾ ਉਹਦੇ ਕਾਰਜ ਵੀ ਪਛੜਦੇ ਜਾਣਗੇ। ਹੁਣ ਕਈ ਵਾਰ ਜੇ ਕੋਈ ਸਵੇਰੇ ਨੇ ਲੇਟ ਉੱਠਦਾ ਹੈ ਤਾਂ ਉਹਦੇ ਕੰਮ ਵੀ ਲੇਟ ਸ਼ੁਰੂ ਹੋਣਗੇ, ਤੇ ਜੇ ਕੋਈ ਥੋੜਾ ਟਾਈਮ ਨਾਲ ਉੱਠ ਪੈਂਦਾ ਹੈ ਤਾਂ ਉਹ ਬੜੇ ਪਿਆਰ ਨਾਲ ਆਰਾਮ ਦੇ ਨਾਲ ਇਸ਼ਨਾਨ ਪਾਣੀ ਵੀ ਕਰ ਲਵੇਗਾ, ਆਪਣਾ ਨਿਤਨੇਮ ਕਰ ਲਵੇਗਾ। ਜੇ ਜਾਣਾ ਹੈ ਤਾਂ ਉਹ ਕੰਮ ਜਾਣ ਤੋਂ ਪਹਿਲਾਂ ਤਿਆਰ ਵੀ ਆਰਾਮ ਨਾਲ ਹੋ ਜਾਏਗਾ, ਥੋੜਾ ਅਖਬਾਰ ਵਗੈਰਾ ਵੇਖਣਾ ਹੋਵੇਗਾ ਵੇਖ ਲਵੇਗਾ, ਤਾਂ ਉਹਨੂੰ ਕਾਹਲ ਨਹੀਂ ਪਵੇਗੀ। ਆਰਾਮ ਦੇ ਨਾਲ ਉਹਦੇ ਕੰਮ ਹੋ ਜਾਣਗੇ, ਸ਼ੁਰੂਆਤ ਉਹਦੀ ਚੰਗੀ ਹੋ ਜਾਏਗੀ, ਔਰ ਜਿਹੜੇ ਦਿਨ ਦੇ ਟਾਈਮ ਨੇ ਕੰਮ ਨੇ ਉਹ ਟਾਈਮ ਦੇ ਨਾਲ ਨਿਪਟਦੇ ਜਾਣਗੇ। ਪਰ ਜੇ ਕੋਈ ਬੰਦਾ ਸੁੱਤਾ ਹੋਇਆ ਹੈ ਲੇਟ ਤੱਕ, ਟਾਈਮ ਨਾਲ ਨਹੀਂ ਉੱਠਦਾ, ਉਹਦੇ ਕੰਮ ਵੀ ਲੇਟ ਸ਼ੁਰੂ ਹੋਣਗੇ, ਫਿਰ ਉਹਦੇ ਕੰਮ ਵੀ ਰਹਿ ਜਾਣਗੇ, ਫਿਰ ਕਲੇਸ਼ ਵੀ ਪਵੇਗਾ, ਭੱਜ ਨੱਸ ਵੀ ਹੋਏਗੀ। ਤਾਂ ਖੰਡਿਤ ਨਿੰਦਰਾ ਦਾ ਮਤਲਬ ਇੱਥੇ ਹੈਗਾ ਹੈ ਖਾਸ ਕਰਕੇ ਅਗਿਆਨਤਾ ਦੀ ਨੀਂਦ ਵਿੱਚ ਉਹ ਨਹੀਂ ਸੌਂਦਾ। ਪਹਿਲੀ ਗੱਲ, ਅਲਪ ਆਹਾਰੰ, ਉਹਦਾ ਖਾਣਾ ਪੀਣਾ ਘੱਟ ਹੁੰਦਾ ਹੈ। ਇੱਕ ਤਾਂ ਗੱਲ ਇਹ ਹੈ ਕਿ ਜਦੋਂ ਜਿੰਨੀ ਭੁੱਖ ਹੋਏ ਨਾ, ਆਮ ਸਿਆਣੇ ਕਹਿੰਦੇ ਨੇ ਕਿ ਉਹਦੇ ਨਾਲੋਂ ਥੋੜਾ ਜਿਹਾ ਘੱਟ ਖਾਓ ਜਾਂ ਲੋੜ ਮੁਤਾਬਕ ਖਾਓ। ਕੁਝ ਲੋਕ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੇ ਹੀ ਰਹਿੰਦੇ ਨੇ, ਉਹ ਰੋਗੀ ਹੋ ਜਾਂਦੇ ਨੇ। ਸਵੇਰ ਤੋਂ ਸ਼ੁਰੂ ਕੀਤਾ 5 ਵਜੇ ਤੋਂ ਲੈ ਕੇ ਬੈੱਡ ਟੀ, ਫਿਰ ਪਰੌਂਠੇ ਖਾਦੇ, ਫਿਰ ਫਰੂਟ ਖਾਦਾ, ਫਿਰ ਕੋਕ ਪੀ ਲਿਆ, ਫਿਰ ਜਾਣ ਲੱਗਿਆ ਫਰੂਟ ਖਾ ਲਿਆ, ਰਾਹ ਦੇ ਵਿੱਚੋਂ ਕੋਈ ਮਕਈ ਦੀਆਂ 2 ਛੱਲੀਆਂ ਲੈ ਕੇ ਖਾ ਲਈਆਂ, ਦੁਪਹਿਰ ਵੇਲੇ ਫਿਰ ਕੋਈ 2 ਸਮੋਸੇ ਮੰਗਾ ਲਏ, ਸ਼ਾਮ ਨੂੰ ਆਉਣ ਲੱਗਿਆ ਫਰੂਟ ਚਾਟ ਖਾ ਆਏ, ਰਾਤ ਨੂੰ ਆਣ ਕੇ ਫਿਰ ਕੜੀ ਚੌਲ ਤੇ ਛਕ ਲਿਆ, 8-9 ਵਜੇ ਫਿਰ ਫਰੂਟ ਖਾ ਲਿਆ, 10 ਕੁ ਵਜੇ ਫਿਰ ਚਾਹ ਬਣਾ ਲਈ, ਫਿਰ 10:30 ਵਜੇ ਜੀ ਕੀਤਾ ਚੱਲ ਪੀਜ਼ੇ ਦਾ 2-2 ਖਾ ਲਏ ਉਹ, ਤੇ ਰਾਤ ਨੂੰ 12-1 ਵਜੇ ਤੱਕ ਖਾਂਦੇ ਰਹੇ, ਤੇ ਸਵੇਰੇ ਉੱਠ ਕੇ ਫਿਰ ਆਂਦੇ ਸੀ ਬ੍ਰੇਕਫਾਸਟ ਕਰਨਾ ਹੈ। ਬ੍ਰੇਕ ਦਾ ਮਤਲਬ ਤੋੜਨਾ, ਫਾਸਟ ਦਾ ਮਤਲਬ ਵਰਤ ਕੇ ਅਸੀਂ ਵਰਤ ਤੋੜਨਾ। ਬੰਦਾ ਪੁੱਛੇ ਵੀ ਰਾਤ ਦੇ 12 ਵਜੇ ਤੱਕ ਤੇ ਖਾਂਦੇ ਰਹੇ ਹੋ ਤੇ ਵਰਤ ਕਾਹਦਾ ਤੋੜਨਾ। ਤਾਂ ਇੱਥੇ ਅਲਪ ਆਹਾਰੰ ਦਾ ਮਤਲਬ ਇੱਕ ਤਾਂ ਉਹ ਖੁਰਾਕ ਨੂੰ ਕੰਟਰੋਲ ਵਿੱਚ ਰੱਖਦੇ ਨੇ, ਲੇਕਿਨ ਮੇਨ ਜਿਹੜੀ ਚੀਜ਼ ਹੈ ਨਾ ਕਿ ਉਹਨਾਂ ਨੇ ਆਪਣੀਆਂ ਲੋੜਾਂ ਨੂੰ ਸੀਮਤ ਕੀਤਾ ਹੁੰਦਾ ਹੈ। ਕੁਝ ਲੋਕ ਨੇ ਕਿ ਚੀਜ਼ਾਂ ਨੂੰ ਲੋੜ ਮੁਤਾਬਕ ਵਰਤਦੇ ਨੇ, ਤੇ ਕੁਝ ਲੋਕ ਵਰਤਦੇ ਨੇ ਵਿਖਾਵੇ ਵਾਸਤੇ। ਉਹ ਜਿਹੜੀਆਂ ਵਿਖਾਵੇ ਵਾਲੀਆਂ ਚੀਜ਼ਾਂ ਨੇ ਪਰੇਸ਼ਾਨ ਕਰਦੀਆਂ ਨੇ। ਇਹ ਆਪਾਂ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ ਕਿ ਇਹ ਕੱਪੜਾ ਜੋ ਮੈਂ ਪਾਇਆ ਹੈ ਇਹ ਮੇਰੀ ਲੋੜ ਹੈ, ਗਰਮੀ ਸਰਦੀ ਤੋਂ ਬਚਣ ਲਈ ਲੋੜ ਹੈ। ਪਰ 10,000 ਦਾ ਸੂਟ ਪਾਣਾ ਇਹ ਲੋੜ ਨਹੀਂ ਨਾ, ਇਹ ਵਿਖਾਵਾ ਹੈ। 2 3 4 5 ਬੈਡਰੂਮ ਦਾ ਘਰ ਜਿੰਨਾ ਕਿਸ ਦਾ ਪਰਿਵਾਰ ਹੈ, ਉਸ ਪਰਿਵਾਰ ਮੁਤਾਬਕ ਜ਼ਰੂਰਤ ਹੈ ਘਰ, ਪਰ 20 ਮੰਜ਼ਲੀ ਕੋਠੀ ਬਣਵਾਣੀ ਇਹ ਵਿਖਾਵਾ ਹੈ ਨਾ, ਲੋੜ ਨਹੀਂ ਹੈ। ਰੋਟੀ ਖਾਣੀ, ਸਬਜ਼ੀਆਂ ਜਿਹੜੀਆਂ ਨੇ ਮੌਸਮੀ ਫਲ, ਚਾਹ, ਦੁੱਧ, ਦਹੀਂ, ਲੱਸੀ, ਘਿਓ, ਮੱਖਣ ਵਗੈਰਾ ਇਹ ਲੋੜ ਹੈ ਬੰਦੇ ਦੀ। ਲੇਕਿਨ 5 ਸਟਾਰ ਵਿੱਚ ਜਾਣਾ ਹਰ ਟਾਈਮ ਜਾਂ ਵਿਖਾਵਾ ਕਰਨਾ ਇਹ ਇੱਕ ਵੱਖਰੀ ਚੀਜ਼ ਹੈ। ਤਾਂ ਅਲਪ ਆਹਾਰੰ ਦਾ ਮਤਲਬ ਉਹਨਾਂ ਨੇ ਆਪਣੀਆਂ ਲੋੜਾਂ ਨੂੰ ਸੀਮਤ ਕੀਤਾ ਹੁੰਦਾ ਹੈ। ਗੁਰੂ ਜੀ ਕਹਿੰਦੇ ਨੇ ਤਤ ਦੀ ਵਿਚਾਰ ਇਹ ਹੈ ਕਿ ਉਹਨਾਂ ਦਾ ਨੀਂਦ ਤੇ ਕੰਟਰੋਲ ਹੈ, ਉਹਨਾਂ ਦਾ ਖਾਣ ਪੀਣ ਤੇ ਕੰਟਰੋਲ ਹੈ, ਯਾਨੀ ਉਹ ਚਸਕਿਆਂ ਵਿੱਚ ਨਹੀਂ ਪਏ ਹੋਏ ਔਰ ਉਹ ਆਲਸੀ ਹੋ ਕੇ ਨਹੀਂ ਪਏ ਹੋਏ, ਸਗੋਂ ਉਹ ਅਗਿਆਨਤਾ ਦੀ ਨੀਂਦ ਤੋਂ ਬਚੇ ਨੇ ਔਰ ਆਪਣੀਆਂ ਲੋੜਾਂ ਨੂੰ ਉਹਨਾਂ ਨੇ ਸੀਮਤ ਕੀਤਾ ਹੈ। ਤਤ ਦੀ ਵਿਚਾਰ ਇਹ ਹੈ ਤੇ ਇਹ ਜ਼ਿੰਦਗੀ ਹਰ ਇਨਸਾਨ ਜੀ ਸਕਦਾ ਹੈ। ਦੇਖੋ, ਅਗਿਆਨਤਾ ਦੀ ਨੀਂਦ ਤੋਂ ਸਭ ਬਚਣਾ ਹੈ। ਕਿੰਨੇ ਲੋਕ ਨੇ ਆ ਕਰਮ ਕਰ ਰਹੇ ਨੇ, ਹੁਣ ਜਿਹੜੇ ਕਰਮ ਜੋਗੀਆਂ ਦੇ ਗਿਣੇ ਨੇ, ਇਹੀ ਕਰਮ ਸਾਡੇ ਬਾਬੇ ਵੀ ਕਰ ਰਹੇ ਨੇ ਨਾ ਆਮ, ਔਰ ਇਹ ਕਰਮ ਬਹੁਤੀ ਵਾਰੀ ਅਸੀਂ ਖੁਦ ਵੀ ਕਰ ਰਹੇ ਹੁੰਦੇ ਹਾਂ। ਤਾਂ ਇਹ ਅਗਿਆਨਤਾ ਦੀ ਨੀਂਦ ਹੈ, ਇਹਦੇ ਤੋਂ ਹੀ ਬਚਣਾ ਹੈ, ਭਰਮਾਂ ਤੋਂ, ਵਹਿਮਾਂ ਤੋਂ, ਵਿਕਾਰਾਂ ਤੋਂ, ਈਰਖਾ ਦਵੇਸ਼ ਤੋਂ, ਔਰ ਆਪਣੀਆਂ ਲੋੜਾਂ ਨੂੰ ਸੀਮਤ ਕਰਨਾ ਹੈ। ਔਰ ਸੱਚ ਦੀ ਵਿਚਾਰ ਜਿਹੜੀ ਹੈ ਇਸ ਦਾ ਤਿਆਗ ਨਹੀਂ ਕਰਨਾ। ਗੁਰੂ ਪਾਤਸ਼ਾਹ ਜੀ ਨੇ ਇਹ ਆਪਣੇ ਵਿਚਾਰ ਉਹਨਾਂ ਨੂੰ ਦਿੱਤੇ। ਹੁਣ ਇਹ ਜੋਗੀ ਅਗਲਾ ਸਵਾਲ ਕਰ ਰਹੇ ਨੇ ਔਰ ਗੁਰੂ ਨਾਨਕ ਦੇਵ ਜੀ ਨੂੰ ਉਹ ਆਪਣੇ ਮਤ ਦੇ ਅੰਦਰ ਮਿਲਾਣਾ ਚਾਹੁੰਦੇ ਨੇ। ਹਾਲੇ ਉਹਨਾਂ ਦੀ ਇਹ ਤਸੱਲੀ ਨਹੀਂ ਹੋਈ ਲੱਗਦੀ। ਉਹ ਚਾਹੁੰਦੇ ਨੇ ਕਿ ਗੁਰੂ ਨਾਨਕ ਦੇਵ ਸਾਡੇ ਮਤ ਵਿੱਚ ਆ ਜਾਏ ਤੇ ਸਾਡੇ ਮਤ ਦਾ ਪ੍ਰਚਾਰ ਪ੍ਰਸਾਰ ਬੜਾ ਹੋ ਜਾਏਗਾ, ਕਿਉਂਕਿ ਇਹਨਾਂ ਦੇ ਕੋਲ ਸ਼ਬਦਾਵਲੀ ਹੈ, ਬੜੀ ਵੱਡੀ ਸ਼ਖਸੀਅਤ ਹੈ, ਬਹੁਤ ਵੱਡਾ ਗਿਆਨ ਹੈ। ਜੇ ਸਾਡੇ ਮਤ ਵਿੱਚ ਆ ਜਾਏ ਤਾਂ ਸਾਡੇ ਮਤ ਦਾ ਬਹੁਤ ਵੱਡਾ ਜਿਹੜਾ ਹੈ ਪ੍ਰਚਾਰ ਹੋਏਗਾ, ਦੁਨੀਆ 'ਚ ਯੋਗ ਮਤ ਫੈਲ ਜਾਏਗਾ। ਕਿਸੇ ਵੀ ਧਰਮ ਦੀ ਜਿਹੜੀ ਰੀੜ ਦੀ ਹੱਡੀ ਹੁੰਦੀ ਹੈ ਤੇ ਪ੍ਰਚਾਰਕ ਹੁੰਦੇ ਨੇ। ਜੇ ਪ੍ਰਚਾਰਕ ਸੱਚ ਤੋਂ ਦੂਰ ਚਲੇ ਜਾਣ, ਪ੍ਰਚਾਰਕ ਖਰੀਦ ਲੈ ਜਾਣ ਜਾਂ ਪ੍ਰਚਾਰਕ ਸੱਚ ਪੇਸ਼ ਨਾ ਕਰਨ ਤਾਂ ਉਹ ਧਰਮ, ਉਹ ਮਜ਼ਹਬ, ਉਹ ਕੌਮਾਂ ਪਿੱਛੇ ਰਹਿ ਜਾਂਦੀਆਂ ਨੇ। ਇਸ ਲਈ ਸਭ ਤੋਂ ਪਹਿਲਾਂ ਜਦੋਂ ਕਿਸੇ ਧਰਮ ਨੂੰ ਖਤਮ ਕਰਨਾ ਹੋਵੇ
ਤਾਂ ਉਹਦਾ ਜੋ ਪ੍ਰਚਾਰ ਪ੍ਰਸਾਰ ਹੈ ਉਹ ਰੋਕਿਆ ਜਾਂਦਾ ਹੈ, ਜਾਂ ਉਹਦੇ ਇਤਿਹਾਸ ਦੇ ਅੰਦਰ ਗੜਬੜ ਕੀਤੀ ਜਾਂਦੀ ਹੈ, ਉਹਨਾਂ ਦੇ ਲਿਟਰੇਚਰ ਦੇ ਅੰਦਰ ਗੜਬੜ ਕੀਤੀ ਜਾਂਦੀ ਹੈ। ਹੁਣ ਗੁਰੂ ਨਾਨਕ ਦੇਵ ਜੀ ਸੱਚ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ, ਤੇ ਜੇ ਗੁਰੂ ਨਾਨਕ ਦੇਵ ਜੀ ਨੂੰ ਬਦਲ ਦਿੱਤਾ ਜਾਏ ਤਾਂ ਸੱਚ ਨਹੀਂ ਫੈਲੇਗਾ ਨਾ। ਤਾਂ ਉਹ ਚਾਹੁੰਦੇ ਨੇ ਵੀ ਜੇ ਸੱਚ ਦਾ ਪ੍ਰਚਾਰ ਹੋਇਆ, ਹੁਣ ਕਿਉਂ ਗੁਰੂ ਨਾਨਕ ਦੇਵ ਨੂੰ ਬਦਲਣਾ ਚਾਹ ਰਹੇ ਨੇ ਉਹ? ਕਿਉਂਕਿ ਜੇ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਤੇ ਸਾਡਾ ਜੋ ਬੋਲਬਾਲਾ ਬਣਿਆ ਹੋਇਆ ਖਤਮ ਹੋ ਜਾਏਗਾ, ਸਾਡੀ ਤੇ ਰੋਜੀ ਰੋਟੀ ਚਲੀ ਜਾਏਗੀ। ਹੁਣ ਤੇ ਜਿੱਧਰ ਜਾਂਦੇ ਆ ਲੋਕਾਂ ਦੇ ਉੱਤੇ ਕਰਾਮਾਤਾਂ ਦਾ ਪ੍ਰਭਾਵ ਹੈ, ਲੋਕ ਮੱਥੇ ਟੇਕਦੇ ਨੇ, ਲੋਕ ਪੂਜਾ ਕਰਦੇ ਨੇ, ਇਮੋਸ਼ਨਲ ਬਲੈਕਮੇਲ ਹੁੰਦੇ ਨੇ, ਡਰਦੇ ਨੇ। ਪਰ ਜੇ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਕਿ ਸੱਚ ਤੇ ਇਹ ਹੈ, ਤੇ ਸਾਡੇ ਕੋਲ ਕਿੰਨੇ ਹੋਣਾ ਹੈ? ਸਾਡੀ ਦੁਕਾਨਦਾਰੀ ਬੰਦ। ਅੱਜ ਵੀ ਜਦੋਂ ਕੋਈ ਸੱਚ ਬੋਲਦਾ ਨਾ, ਅੱਜ ਵੀ ਪ੍ਰੋਬਲਮ ਇਹੀ ਹੁੰਦੀ ਹੈ, ਅੱਜ ਵੀ ਪ੍ਰੋਬਲਮ ਇਹੀ ਹੈ। ਗੁਰੂ ਨਾਨਕ ਦੇਵ ਜੀ ਜੇ ਕਿਤੇ ਬਹਿ ਕੇ ਰਾਮ ਰਾਮ ਅੱਲਾ ਅੱਲਾ ਕਰੀ ਜਾਂਦੇ, ਵਾਹਿਗੁਰੂ ਵਾਹਿਗੁਰੂ, ਤਾਂ ਉਹਨਾਂ ਨੂੰ ਰੋਕਣਾ ਥੋੜੀ ਸੀ ਕਿਸੇ ਨੇ, ਅੱਜ ਵੀ ਨਹੀਂ ਕੋਈ ਰੋਕਦਾ। ਜਦੋਂ ਸੱਚ ਬੋਲੋਗੇ ਉਦੋਂ ਪ੍ਰੋਬਲਮ ਹੋਣੀ ਹੈ, ਕਿਉਂਕਿ ਅਗਲੇ ਬੰਦੇ ਨੂੰ ਤਕਲੀਫ ਹੋਣੀ ਹੈ ਨਾ। ਅੱਜ ਵੀ ਤਕਲੀਫ ਇਹੀ ਹੈ, ਜਦੋਂ ਤੁਸੀਂ ਸੱਚ ਬੋਲੋਗੇ ਤਾਂ ਤੁਹਾਡੇ ਲੋਕ ਗਲ ਪੈਣਗੇ। ਤੁਸੀਂ ਉਹਨਾਂ ਦੀ ਬੋਲੀ ਬੋਲੀ ਜਾਓ, ਫਿਰ ਕੋਈ ਪ੍ਰੋਬਲਮ ਨਹੀਂ। ਜੋਗੀਆਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਜੇ ਗੁਰੂ ਨਾਨਕ ਦੇਵ ਜੀ ਜੋਗੀਆਂ ਦੀ ਬੋਲੀ ਬੋਲਣ। ਉਹਨਾਂ ਨੂੰ ਹੁਣ ਕਹਿ ਰਹੇ ਨੇ, ਦਰਸ਼ਨ ਭੇਖ ਕਰੋ ਜੋਗਿੰਦਰਾ। ਜੋਗਿੰਦਰਾ ਦਾ ਮਤਲਬ ਜੋਗ ਇੰਦਰਾ, ਜੋਗੀ ਰਾਜ ਦਾ। ਜੋਗੀ ਰਾਜ, ਜੋਗਿੰਦਰਾ ਦਾ ਮਤਲਬ ਜੋਗੀ ਰਾਜ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ। ਹੁਣ ਇੱਕ ਜੋਗੀ ਕਹਿ ਰਿਹਾ ਹੈ ਕਿ ਜੋਗੀਆਂ ਦਾ ਮਤ ਸਵੀਕਾਰ ਕਰ ਲਓ, ਤੁਸੀਂ ਯੋਗੀ ਬਣ ਜਾਓ। ਦਰਸ਼ਨ ਦਾ ਮਤਲਬ ਫਿਲਾਸਫੀ, ਵਿਚਾਰਧਾਰਾ, ਮਤ। ਭੇਖ ਦਾ ਮਤਲਬ ਪਹਿਨਾਵਾ, ਕਿ ਤੁਸੀਂ ਯੋਗੀਆਂ ਦਾ ਮਤ ਧਾਰਨ ਕਰ ਲਓ, ਭੇਖ ਪਾ ਲਓ ਜੋਗੀਆਂ ਵਾਲਾ। ਮੁੰਦਰਾ ਝੋਲੀ ਖਿੰਥਾ, ਤੇ ਕੰਨਾਂ ਵਿੱਚ ਮੁੰਦਰਾ ਪਾ ਲਓ। ਤੁਸੀਂ ਆ ਮੰਗਣ ਵਾਲੀ ਜਿਹੜੀ ਝੋਲੀ ਹੈ ਇਹ ਲੈ ਲਓ, ਜਿਹਦੇ ਵਿੱਚ ਉਹ ਰਾਖ ਵਗੈਰਾ ਪਾਉਂਦੇ ਨੇ, ਸਾਰਾ ਸਮਾਨ। ਤੇ ਨਾਲ ਗੋਦੜੀ ਪਹਿਨ ਲਓ, ਜਿਹੜਾ ਉਹਨਾਂ ਨੇ ਪਹਿਨਾਵਾ ਪਹਿਨਿਆ ਹੁੰਦਾ ਹੈ। ਗੁਰੂ ਨਾਨਕ ਦੇਵ ਨੂੰ ਕਹਿ ਰਹੇ ਨੇ ਕਿ ਇਹ ਨਾਨਕ, ਤੂੰ ਯੋਗੀਆਂ ਦਾ ਪੰਥ ਸਵੀਕਾਰ ਕਰ ਲੈ, ਮਤ। ਦਰਸ਼ਨ ਦਾ ਮਤਲਬ ਮਤ ਹੈ, ਦਰਸ਼ਨ ਦਾ ਮਤਲਬ ਫਿਲਾਸਫੀ, ਵਿਚਾਰਧਾਰਾ। ਦਰਸ਼ਨ ਦਾ ਮਤਲਬ ਸ਼ਾਸਤਰ ਵੀ ਹੈ, ਜਿਵੇਂ 6 ਘਰ 6 ਗੁਰ, ਉੱਥੇ ਦਰਸ਼ਨ ਦਾ ਮਤਲਬ ਸ਼ਾਸਤਰ ਹੈ। ਦਰਸ਼ਨ ਦਾ ਮਤਲਬ ਫਿਲਾਸਫੀ ਵੀ ਹੈ, ਦਰਸ਼ਨ ਦਾ ਮਤਲਬ ਵੇਖਣਾ ਵੀ ਹੁੰਦਾ ਹੈ। ਮੁੰਦਰਾ ਝੋਲੀ ਔਰ ਗੋਦੜੀ ਪਹਿਨੋ, ਤੇ ਜੋਗੀਆਂ ਦਾ ਜਿਹੜਾ ਪੰਥ ਹੈ, ਜਿਹੜਾ ਮਤ ਹੈ, ਇਹਨੂੰ ਤੁਸੀਂ ਸਵੀਕਾਰ ਕਰ ਲਓ। ਦੇਖੋ, ਗੱਲ ਬਾਣੇ ਦੀ ਹੋ ਰਹੀ ਹੈ ਕਿ ਬਾਣਾ ਬਦਲ ਲਓ। ਹੁਣ ਬਾਣਾ ਉਦੋਂ ਵੀ ਪ੍ਰਭਾਵਿਤ ਕਰਦਾ ਸੀ, ਤੇ ਬਾਣਾ ਅੱਜ ਵੀ ਪ੍ਰਭਾਵਿਤ ਕਰਦਾ ਹੈ। ਪਹਿਨਾਵੇ ਤੋਂ ਲੋਕ ਪ੍ਰਭਾਵਿਤ ਹੋਏ ਨੇ। ਗੁਰੂ ਨਾਨਕ ਦੇਵ ਜੀ ਨੇ ਪਹਿਨਾਵੇ ਦਾ ਭਰਪੂਰ ਖੰਡਨ ਕੀਤਾ ਹੈ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਕੀ ਪਹਿਨਾਵੇ ਦੇ ਨਾਲ ਰੱਬ ਨਹੀਂ ਮਿਲਦਾ। ਚਾਹੇ ਤੁਸੀਂ ਜੋਗੀਆ ਰੰਗ ਦੇ ਕੱਪੜੇ ਪਾ ਲਓ, ਭਾਵੇਂ ਮੈਲੇ ਵੇਸ਼ ਧਾਰਨ ਕਰ ਲਓ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼। ਕਈ ਮੈਲੇ ਕੁਚਲੇ ਕੱਪੜੇ ਪਾਈ ਫਿਰਦੇ ਨੇ। ਨਾਨਕ ਘਰ ਬੈਠਿਆਂ ਜੋਗ ਪਾਈਐ, ਜੋਗ ਦਾ ਮਤਲਬ ਰੱਬ ਦੇ ਨਾਲ ਜੁੜਨਾ। ਘਰ ਬੈਠਿਆਂ ਹੀ ਪਾ ਲਓਗੇ। ਸਤਿਗੁਰ ਕੇ ਉਪਦੇਸ਼, ਜੇ ਗੁਰੂ ਦਾ ਸੱਚਾ ਗਿਆਨ ਤੁਸੀਂ ਲੈ ਲਓ। ਗੁਰੂ ਜੀ ਨੇ ਹੋਰ ਥਾਂ ਬਚਨ ਕੀਤਾ, ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਕਿ ਜੇ ਕੱਪੜੇ ਬਹੁਤ ਚਿੱਟੇ ਨੇ, ਤੇ ਚਿੱਟੇ ਕੱਪੜਿਆਂ ਦੇ ਨਾਲ ਅੰਦਰ ਥੋੜਾ ਚਿਟਿਆਈ ਆ ਜਾਏਗੀ। ਅੰਦਰ ਚਿੱਤ ਮੈਲਾ ਹੈ, ਕਠੋਰ ਹੈ, ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਤਾਂ ਚਿੱਟੇ ਕੱਪੜੇ ਥੋੜੀ ਰੱਬ ਤੱਕ ਪਹੁੰਚਾ ਦੇਣਗੇ। ਤਾਂ ਗੁਰੂ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਯੋਗ ਮਤ ਦਾ ਭੇਖ ਧਾਰਨ ਕਰ ਲਓ, ਔਰ ਸਾਡੇ ਇਸ ਮਤ ਨੂੰ ਕਬੂਲ ਕਰੋ। ਨਾਲ ਕਹਿੰਦੇ ਨੇ, 12 ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। 12 ਦਾ ਮਤਲਬ 12, ਜੋਗੀਆਂ ਦੇ 12 ਪੰਥ ਨੇ। 12 ਪੰਥਾਂ ਦੇ ਨਾਮ ਇਹ ਨੇ, ਇੱਕ ਰਾਵਲ, ਦੂਜਾ ਹੇਤ ਪੰਥ, ਤੀਜਾ ਪਾਵ ਪੰਥ, ਚੌਥਾ ਆਈ ਪੰਥ, ਪੰਜਵਾਂ ਗਮੇ ਪੰਥ, ਛੇਵਾਂ ਪਾਗਲ ਪੰਥ, ਤੇ ਸਤਵਾਂ ਗੋਪਾਲ ਪੰਥ, ਅੱਠਵਾਂ ਖੰਥੜੀ ਪੰਥ, ਨੌਵਾਂ ਬਨ ਪੰਥ, ਧਵਜ ਪੰਥ, ਚੋਲੀ, ਦਾਸ ਪੰਥ। ਇਹ 12 ਇਹਨਾਂ ਦੇ ਪੰਥ ਨੇ। ਤੇ ਇਹਨਾਂ ਦੇ ਵਿੱਚੋਂ
ਇਹਨਾਂ ਦਾ ਜਿਹੜਾ ਆਈ ਪੰਥ ਹੈ ਉਹਨੂੰ ਸਭ ਤੋਂ ਚੰਗਾ ਇਹ ਸਮਝਦੇ ਨੇ ਜੋਗੀ। ਤੇ 6 ਭੇਖ ਨੇ, 6 ਭੇਖ ਨੇ, ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ ਤੇ ਬੈਸਨੋ। ਇਹ 6 ਪੰਥ ਨੇ। ਪਹਿਲਾ ਜੰਗਮ, ਦੂਜਾ ਜੋਗੀ, ਤੀਜੇ ਜੈਨੀ, ਚੌਥੇ ਸੰਨਿਆਸੀ, ਪੰਜਵੇਂ ਬੈਰਾਗੀ ਤੇ ਛੇਵੇਂ ਬੈਸਨੋ। ਇੱਕ ਪੰਥਾ ਦਾ ਮਤਲਬ ਸਾਡਾ ਇੱਕ ਜੋਗੀਆਂ ਦਾ ਪੰਥ। ਹੁਣ ਇਹਨੂੰ ਸਮਝੋ, ਬਾਰ ਹੈ ਅੰਤਰ ਏਕ ਸਰੇਵਹੁ ਖਟ ਦਰਸ਼ਨ ਇੱਕ ਪੰਥਾ। ਕਿ 6 ਭੇਖਾਂ ਵਿੱਚ ਖਟ ਦਾ ਮਤਲਬ 6, ਦਰਸ਼ਨ ਦਾ ਮਤਲਬ ਭੇਖ, ਪੰਥ। 6 ਭੇਖਾਂ ਵਿੱਚ ਇੱਕ ਜੋਗੀ ਪੰਥ ਹੈ, ਖਟ ਦਰਸ਼ਨ ਇੱਕ ਪੰਥਾ। ਕਿ 6 ਪੰਥਾਂ ਚੋਂ, 6 ਭੇਖਾਂ ਚੋਂ ਇੱਕ ਜੋਗੀ ਪੰਥ ਹੈ। ਉਹਦੇ ਅੱਗੋਂ 12 ਫਿਰਕੇ ਨੇ। 12 ਅੰਤਰ ਏਕ ਸਰੇਵੋ, ਉਹਨਾਂ ਵਿੱਚੋਂ ਸਾਡੇ ਆਈ ਪੰਥ ਨੂੰ ਧਾਰਨ ਕਰੋ। ਯਾਨੀ 6 ਫਿਰਕੇ ਨੇ, 6 ਭੇਖਾਂ ਦੇ ਵਿੱਚੋਂ ਅੱਗੋਂ ਸਾਡਾ ਇੱਕ ਜੋਗੀ ਪੰਥ ਹੈ। ਉਸ ਜੋਗੀ ਪੰਥ ਦੇ ਅੱਗੋਂ 12 ਫਿਰਕੇ ਨੇ। ਉਹਨਾਂ 12 ਦੇ ਵਿੱਚੋਂ ਸਾਡਾ ਆਈ ਪੰਥ ਹੈ। ਇਹ ਆਈ ਪੰਥ ਇਹਨਾਂ 12 ਤੋਂ ਸਭ ਤੋਂ ਮਹਾਨ ਹੈ, ਉਹਨੂੰ ਤੁਸੀਂ ਧਾਰਨ ਕਰ ਲਓ। ਹੁਣ ਦੇਖੋ 12 ਫਿਰਕੇ ਨੇ ਤੇ ਹਰ ਬੰਦਾ ਜਿਹੜਾ ਹੈ ਆਪਣੇ ਫਿਰਕੇ ਨੂੰ ਮਹਾਨ ਕਹਿੰਦਾ ਹੈ। ਕਹਿੰਦੇ ਨੇ ਆਈ ਪੰਥ ਹੈ, ਇਹਨੂੰ ਸਵੀਕਾਰ ਕਰੋ, ਇਹ ਸਭ ਤੋਂ ਵੱਡਾ ਹੈ। ਜਿਹੜੇ 6 ਮਤ ਨੇ ਉਹਨਾਂ ਚੋਂ ਜੋਗੀ ਪੰਥ ਮਹਾਨ ਹੈ, ਜੋਗੀਆਂ ਦੇ ਵਿੱਚੋਂ ਆਈ ਪੰਥ ਮਹਾਨ ਹੈ। ਇਹ ਝਗੜਾ ਉਦੋਂ ਵੀ ਸੀ ਕਿ ਅਸੀਂ ਵੱਡੇ ਆ, ਤੇ ਜਦੋਂ ਧਿਆਨ ਮਾਰੋਗੇ ਅੱਜ ਵੀ ਇਹੀ ਵਾਦ ਵਿਵਾਦ ਹੈ ਕਿ ਸਾਡੀ ਮਰਿਆਦਾ ਚੰਗੀ ਹੈ, ਸਾਡਾ ਬਾਬਾ ਚੰਗਾ ਹੈ, ਸਾਡਾ ਬਾਬਾ ਮਹਾਨ ਹੈ। 72,65,000 ਸਾਧੂ ਨੇ ਇੰਡੀਆ ਵਿੱਚ, ਤੇ ਜਿਹਨੂੰ ਕੋਈ ਮੰਨਦਾ ਹੈ ਉਹ ਇਹੀ ਕਹਿੰਦੇ ਨੇ ਕਿ ਸਾਡਾ ਬਾਬਾ ਠੀਕ ਹੈ। ਹਾਂ ਭਾਜੀ, ਹੈ ਤੇ ਸਹੀ, ਬਾਬਿਆਂ ਦੇ ਵਿੱਚ ਪਖੰਡ ਤੇ ਬੜਾ ਹੈ, ਪਰ ਸਾਡੇ ਵਾਲਾ ਬਾਬਾ ਜਿਹੜਾ ਨਾ ਉਹ ਬਹੁਤ ਚੰਗਾ, ਉਹਨੇ ਬੜੇ ਚੰਗੇ ਕੰਮ, ਸਾਰੇ ਇਹ ਕਹਿੰਦੇ ਨੇ। ਜਿਵੇਂ ਲੋਕਾਂ ਦੇ ਫੈਮਿਲੀ ਡਾਕਟਰ ਨੇ ਨਾ, ਐਵੇਂ ਅੱਜ ਕੱਲ ਲੋਕਾਂ ਦੇ ਫੈਮਿਲੀ ਬਾਬੇ ਨੇ। ਫੈਮਿਲੀ ਬਾਬੇ ਉਦੋਂ ਵੀ ਇਹ ਸੀ, ਅੱਜ ਵੀ ਉਹੀ ਹੈ, ਰੂਪ ਬਦਲਿਆ ਹੈ। ਤਾਂ ਗੁਰੂ ਜੀ ਨੂੰ ਕਹਿ ਰਹੇ ਨੇ 6 ਭੇਖਾਂ ਵਿੱਚ ਇੱਕ ਜੋਗੀ ਪੰਥ ਹੈ, ਉਹਦੇ 12 ਫਿਰਕੇ ਨੇ, ਉਹਨਾਂ ਵਿੱਚੋਂ ਸਾਡੇ ਇੱਕ ਆਈ ਪੰਥ ਨੂੰ ਤੁਸੀਂ ਸਵੀਕਾਰ ਕਰ ਲਓ, ਔਰ ਇਹਦੀ ਜਿਹੜੀ ਮਰਿਆਦਾ ਹੈ, ਇਹਦੇ ਜਿਹੜੇ ਬਸਤਰ ਨੇ, ਭੇਖ ਹੈ, ਉਹ ਤੁਸੀਂ ਧਾਰਨ ਕਰੋ। ਤੇ ਨਾਲ ਕਹਿੰਦੇ ਨੇ ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ। ਇਹਨੂੰ ਬਹੁੜ ਨਹੀਂ ਪੜਨਾ, ਬਾਹੁੜ ਪੜਨਾ ਹੈ, ਬਾਹੁੜ। ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ। ਪੁਰਖਾ ਦਾ ਮਤਲਬ ਹੈ ਪੁਰਖ ਨਾਨਕ। ਇੱਥੇ ਗੁਰੂ ਨਾਨਕ ਦੇਵ ਨੂੰ ਪੁਰਖਾ ਕਹਿ ਰਹੇ ਨੇ। ਕਦੇ ਗੁਰੂ ਨਾਨਕ ਦੇਵ ਨੂੰ ਬਾਲੇ ਕਹਿੰਦੇ ਨੇ, ਬੱਚਾ, ਲੜਕਾ, ਕਿਉਂਕਿ ਉਹਨਾਂ ਦੀ ਉਮਰ ਉਹਨਾਂ ਨਾਲੋਂ ਘੱਟ ਹੈ। ਇੱਥੇ ਉਹਨਾਂ ਨੂੰ ਪੁਰਖਾ ਕਹਿ ਰਹੇ ਨੇ। ਕਦੇ ਉਹਨਾਂ ਨੂੰ ਵਿਰਕਤ ਕਹਿੰਦੇ ਨੇ। ਹੇ ਪੁਰਖਾ, ਇਸ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ ਕੇ ਮਾਇਆ ਦੀ ਚੋਟ ਨਹੀਂ ਖਾਈਦੀ। ਇਨ ਬਿਦ ਮਨ ਸਮਝਾਈਏ ਪੁਰਖਾ ਮਤਲਬ ਇਸ ਤਰ੍ਹਾਂ। ਇਨ ਬਿਦ ਦਾ ਮਤਲਬ ਇਸ ਤਰ੍ਹਾਂ, ਇਸ ਤਰੀਕੇ ਨਾਲ। ਕਿਹੜੇ ਤਰੀਕੇ ਨਾਲ? ਕਿ 6 ਭੇਖਾਂ ਚੋਂ ਇੱਕ ਜੋਗੀ ਪੰਥ ਹੈ, ਜੋਗੀ ਪੰਥ ਦੇ 12 ਫਿਰਕੇ ਨੇ, ਉਹਨਾਂ ਚੋਂ ਆਈ ਪੰਥ ਹੈ। ਜੇ ਤੂੰ ਉਸ ਆਈ ਪੰਥ ਨੂੰ ਸਵੀਕਾਰ ਕਰ ਲਵੇਂ ਔਰ ਉਸ ਤੋਂ ਬਾਅਦ ਤੂੰ ਮੁੰਦਰਾ, ਝੋਲੀ ਔਰ ਖਿੰਥਾ ਆਦਿਕ ਦਾ ਧਾਰਨੀ ਬਣ ਜਾਵੇਂ, ਤਾਂ ਇਸ ਤਰ੍ਹਾਂ ਮਨ ਨੂੰ ਸਮਝਾਇਆ ਜਾ ਸਕਦਾ ਹੈ ਤੇ ਮੁੜ ਕੇ ਮਾਇਆ ਦੀ ਤੇ ਵਿਕਾਰਾਂ ਦੀ ਤੇ ਦੁੱਖਾਂ ਦੀ ਚੋਟ ਨਹੀਂ ਲੱਗਦੀ। ਇਹ ਜੋਗੀ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਨੂੰ। ਇਹ ਗੁਰੂ ਨਾਨਕ ਦੇਵ ਦੀ ਵਿਚਾਰ ਨਹੀਂ ਹੈ। ਗੁਰੂ ਨਾਨਕ ਦੇਵ ਨੂੰ ਸਮਝਾ ਰਹੇ ਨੇ ਕਿ ਐਵੇਂ ਮਨ ਨੂੰ ਸਮਝਾਇਆ ਜਾ ਸਕਦਾ ਹੈ। ਤੇ ਐਵੇਂ ਹੀ ਹੁਣ ਸਾਡੇ ਬਾਬੇ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਇਹੋ ਜਿਹਾ ਰੂਪ ਧਾਰਨ ਕਰੋ, ਇਹ ਤੁਸੀਂ ਕੰਮ ਕਰੋ, ਇੰਝ ਤੁਸੀਂ ਸਮਾਧੀ ਲਾਓ, ਐਦਾਂ ਤੁਸੀਂ ਸਾਹ ਲਓ ਪੁੱਠੇ ਸਿੱਧੇ। ਉਹ ਸਾਨੂੰ ਇਹੀ ਸਮਝਾਉਂਦੇ ਨਾ। ਫਰਕ ਥੋੜਾ ਜਿਹਾ ਪਿਆ ਹੈ, ਰੂਪ ਬਦਲਿਆ ਹੈ। ਲੇਕਿਨ ਸੱਚ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਹਦੇ ਤੋਂ ਬਹੁਤਾਤ ਗਿਣਤੀ ਦੂਰ ਹੈ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤਾਤ ਗਿਣਤੀ ਦੂਰ ਹੈ। ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ। ਕਿ ਹੇ ਪੁਰਖਾ, ਹੇ ਨਾਨਕ, ਇਸ ਢੰਗ ਦੇ ਨਾਲ ਮਨ ਨੂੰ ਸਮਝਾਇਆ ਜਾ ਸਕਦਾ ਹੈ ਤੇ ਮੁੜ ਕੇ ਫਿਰ ਵਿਕਾਰਾਂ ਦੀ ਚੋਟ ਨਹੀਂ ਲੱਗਦੀ। ਹੁਣ ਜੇ ਤੁਸੀਂ ਕੱਲੀ ਇਸ ਪੰਕਤੀ ਨੂੰ ਹੀ ਲੈ ਲਓ ਕਿ ਬਾਹਰੇ ਅੰਤਰ ਏਕ ਸਰੇਵੋ ਖਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੁੜ ਚੋਟ ਨਾ ਖਾਈਏ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ ਨਾ।
ਜੇ ਅਸੀਂ ਕਵੀ ਗੁਰੂ ਜੀ ਨੇ ਇਹ ਲਿਖਿਆ ਹੈ, ਗੁਰਬਾਣੀ ਵਿੱਚ ਹੀ ਲਿਖਿਆ ਹੈ, ਵਾਸਤਵ ਦੇ ਵਿੱਚ ਲਿਖਿਆ ਹੈ, ਪਰ ਜਦੋਂ ਅਸੀਂ ਸਾਰੀ ਬਾਣੀ ਪੜਾਂਗੇ ਫਿਰ ਪਤਾ ਲੱਗੇਗਾ ਨਾ ਕਿ ਗੱਲ ਕਹਿ ਕੌਣ ਰਿਹਾ ਹੈ ਔਰ ਕਹਿ ਕਿਹਨੂੰ ਰਿਹਾ ਹੈ, ਫਿਰ ਉਹਦਾ ਸਮਝ ਆਏਗੀ। ਤਾਂ ਅਗਲਾ ਬਚਨ ਗੁਰੂ ਜੀ ਕਹਿੰਦੇ ਨੇ, ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ। ਹੁਣ ਗੁਰੂ ਜੀ ਉੱਤਰ ਦੇ ਰਹੇ ਨੇ, ਇਹ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਉੱਤਰ ਹੈ। ਪਹਿਲਾਂ ਉਹਨਾਂ ਦੇ ਸਵਾਲ ਸਨ, ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਿਆ ਹੈ ਕਿ ਤੁਸੀਂ ਸਾਡੇ ਇਸ ਜੋਗੀ ਪੰਥ ਦੇ ਧਾਰਨੀ ਹੋ ਜਾਓ, ਇਸ ਤਰ੍ਹਾਂ ਫਿਰ ਤੁਹਾਡਾ ਮਨ ਸਮਝ ਜਾਏਗਾ, ਫਿਰ ਦੁੱਖਾਂ ਦੀ ਚੋਟ ਨਹੀਂ ਲੱਗਦੀ, ਫਿਰ ਦੁਨੀਆ ਵਿੱਚ ਮਾਨ ਆਦਰ ਵਗੈਰਾ ਵਗੈਰਾ ਮਿਲੇਗਾ। ਹੁਣ ਗੁਰੂ ਜੀ ਉਹਨਾਂ ਨੂੰ ਉੱਤਰ ਦੇ ਰਹੇ ਨੇ ਕਿ ਅਸਲੀਅਤ ਕੀ ਹੈ, ਔਰ ਗੱਲ ਉਹਨਾਂ ਨੂੰ ਉੱਤਰ ਦੇਣ ਦੀ ਹੀ ਸੀਮਤ ਨਹੀਂ ਹੈ, ਇਹ ਸਚਾਈ ਹੈ ਪੂਰੀ ਦੁਨੀਆ ਵਾਸਤੇ, ਸਾਡੇ ਵਾਸਤੇ ਵੀ ਉਦੋਂ ਵੀ ਸਚਾਈ ਸੀ, ਅੱਜ ਵੀ ਸਚਾਈ ਹੈ, ਆਉਣ ਵਾਲੇ ਸਮੇਂ ਵਿੱਚ ਵੀ ਇਹ ਸਚਾਈ ਰਹੇਗੀ। ਨਾਨਕ ਬੋਲੇ, ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਇੱਥੇ ਥੋੜਾ ਜਿਹਾ ਰੁਕਣਾ ਹੈ। ਨਾਨਕ ਬੋਲੇ, ਬੋਲੇ ਤੇ ਰੁਕਣਾ ਹੈ। ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਗੁਰੂ ਦੇ ਸਨਮੁਖ ਹੋਇਆ ਮਨ ਨੂੰ ਸਮਝਾਉਣ ਦਾ ਢੰਗ ਸਮਝਦਾ ਹੈ। ਨਾਨਕ ਬੋਲੇ, ਗੁਰੂ ਜੀ ਬੋਲਦੇ ਨੇ, ਗੁਰਮੁਖ ਬੂਝੈ, ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਰਿਆਂ, ਗੁਰੂ ਦੇ ਚਰਨਾਂ ਦੀ ਸ਼ਰਨ ਲਿਆ, ਗੁਰੂ ਤੋਂ ਗਿਆਨ ਹਾਸਲ ਕੀਤਿਆਂ, ਗੁਰੂ ਤੋਂ ਜੇ ਅਸੀਂ ਵੇ ਆਫ ਲਾਈਫ ਸਿੱਖੀਏ, ਜੋ ਵੇ ਆਫ ਲਾਈਫ ਸਾਨੂੰ ਗੁਰੂ ਜੀ ਦਿੰਦੇ ਨੇ, ਗਿਆਨ ਗੁਰੂ ਦੀ ਅਗਵਾਈ ਵਿੱਚ ਬੰਦਾ ਸਮਝਦਾ ਹੈ। ਮਨ ਨੂੰ ਸਮਝਾਉਣ ਦਾ ਢੰਗ ਜਿਹੜਾ ਹੈ ਗਿਆਨ ਨਾਲ ਮਿਲਣਾ ਹੈ। ਜੋਗ ਜੁਗਤ ਇਵ ਪਾਈਐ, ਗੁਰੂ ਜੀ ਕਹਿੰਦੇ ਨੇ ਜੋਗ ਦੀ ਜੁਗਤੀ ਐਵੇਂ ਲੱਭਦੀ ਹੈ। ਜੋਗ ਦਾ ਮਤਲਬ ਯੋਗਾ ਨਹੀਂ, ਇੱਥੇ ਜੋਗ ਦਾ ਮਤਲਬ ਜੁੜਨਾ, ਰੱਬ ਦੇ ਨਾਲ ਜੁੜ ਜਾਣਾ, ਰੱਬ ਦੇ ਨਾਲ ਮਿਲ ਜਾਣਾ। ਉਹ ਜੁਗਤੀ ਐਵੇਂ ਲੱਭਦੀ ਹੈ, ਦੁਨੀਆ ਛੱਡਣ ਨਾਲ ਨਹੀਂ, ਭੇਖ ਧਾਰਨ ਕਰਨ ਨਾਲ ਨਹੀਂ, ਬਾਣੇ ਪਾਣ ਦੇ ਨਾਲ ਨਹੀਂ, ਸਮਾਧੀਆਂ ਲਾਉਣ ਨਾਲ ਨਹੀਂ, ਜੰਗਲਾਂ ਵਿੱਚ ਵਿਚਰਨ ਦੇ ਨਾਲ ਨਹੀਂ। ਜੋਗ ਜੁਗਤ ਇਵ ਪਾਈਐ, ਜੋਗ ਦਾ ਮਤਲਬ ਜੁੜਨਾ, ਜੁਗਤ ਦਾ ਮਤਲਬ ਜੁਗਤੀ, ਰੱਬ ਦੇ ਨਾਲ ਜੁੜਨ ਦੀ ਜੁਗਤੀ ਐਵੇਂ ਮਿਲਦੀ ਹੈ ਔਰ ਮਨ ਐਵੇਂ ਸਮਝਾਇਆ ਜਾਂਦਾ। ਕਿਵੇਂ? ਗੁਰਮੁਖ ਬੂਝੈ, ਜੇ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਏ, ਜੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕੀਤਾ ਜਾਏ, ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੇ ਗਿਆਨ ਦੇ ਧਾਰਨੀ ਹੋਇਆ ਜਾਏ। ਅਸੀਂ ਸੁਖਮਨੀ ਸਾਹਿਬ ਵਿੱਚ ਵਿਚਾਰ ਕਰ ਆਏ ਨਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਹਨੇਰਾ ਬਿਨਸ ਜਾਂਦਾ ਹੈ, ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਬੰਦਾ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ। ਆਸਾ ਕੀ ਵਾਰ ਵਿੱਚ ਅਸੀਂ ਕਿੰਨੇ ਪਿਆਰ ਨਾਲ ਵਿਚਾਰ ਕੀਤੀ ਸੀ ਨਾ ਕਿ ਜਿਹੜਾ ਬੰਦਾ ਹੈ ਆਪ ਖੁਦਰਾ, ਉਹ ਕਦੇ ਸੱਚ ਦੇ ਰਾਹਾਂ ਤੇ ਤੁਰ ਨਹੀਂ ਪਾਉਂਦਾ। ਇਸ ਲਈ ਬਲਿਹਾਰੀ ਗੁਰ ਆਪਣੇ ਦਿਹਾੜੀ ਸੱਤ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਤੇ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਸਰੇਵਿਆ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ, ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਵਪੁੜੇ ਪੀ ਤਨ ਵਿੱਚ ਸਵਾ। ਉਹ ਫਲਦੇ ਵੀ ਨੇ, ਫੁੱਲਦੇ ਵੀ ਨੇ, ਲੇਕਿਨ ਅੰਦਰ ਉਹਨਾਂ ਦੇ ਰਾਖ ਰਹਿ ਜਾਂਦੀ ਹੈ, ਉਹਨਾਂ ਤਿਲਾਂ ਦੇ। ਇਸੇ ਤਰ੍ਹਾਂ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਬਤੀਤ ਨਹੀਂ ਕਰਦੇ, ਆਪ ਸਿਆਣੇ ਚਤੁਰ ਬਣੇ ਰਹਿੰਦੇ ਨੇ, ਚਲਾਕੀਆਂ ਕਰਦੇ ਨੇ, ਉਹ ਇਕੱਲੇ ਹੀ ਛੁੱਟ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਅੰਦਰ ਦੁੱਖ ਤਕਲੀਫਾਂ ਰਹਿੰਦੀਆਂ ਨੇ, ਉਹ ਅਨੇਕਾਂ ਕਰਮ ਕਾਂਡ ਕਰਦੇ ਰਹਿੰਦੇ ਨੇ, ਪਰ ਪ੍ਰਾਪਤੀ ਉਹਨਾਂ ਨੂੰ ਕੁਝ ਵੀ ਨਹੀਂ ਹੁੰਦੀ ਹੈ। ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਕਿੰਨੀ ਵਾਰ ਪੜ੍ਹਿਆ ਔਰ ਸੁਣਿਆ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਬਿਬਿਕਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਇਹ ਯੋਗੀ ਜਨੋ, ਜੋ ਸਮਝਣਾ ਚਾਹੁੰਦਾ ਹੈ ਪ੍ਰਭੂ ਨੂੰ, ਸੱਚ ਨੂੰ, ਜੀਵਨ ਦੀ ਅਸਲੀਅਤ ਨੂੰ, ਤਾਂ ਉਹਨੂੰ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ਤੇ ਇਹੀ ਜੋਗ ਦੀ ਜੁਗਤੀ ਹੈ, ਯਾਨੀ ਇਹੀ ਰੱਬ ਦੇ ਨਾਲ ਮਿਲਾਪ ਦਾ ਸਾਧਨ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੈ। ਤਾਂ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ।
ਅੱਜ ਦੀ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਆਪ ਸਵਾਲ ਕਰ ਸਕਦੇ ਹੋ, ਔਰ ਇਸ ਵਿਚਾਰ ਮੁਤਾਬਕ ਜੇ ਤੁਸੀਂ ਕੋਈ ਆਪਣੇ ਵਿਊਜ਼ ਦੇਣਾ ਚਾਹੋ ਤਾਂ ਉਹ ਦੇ ਸਕਦੇ ਹੋ। ਜਦੋਂ ਅਸੀਂ ਜਿਹੜੀ ਚੱਲ ਰਹੀ ਵਿਚਾਰ ਹੈ ਉਹਦੇ ਦਾਇਰੇ ਵਿੱਚ ਰਹਿ ਕੇ ਸਵਾਲ ਕਰਾਂਗੇ ਔਰ ਉਹਦੇ ਮੁਤਾਬਕ ਆਪਣੇ ਵਿਊਜ਼ ਦੇਵਾਂਗੇ ਤਾਂ ਉਹਦਾ ਸਾਨੂੰ ਬਹੁਤ ਸਾਰਾ ਲਾਭ ਹੋਏਗਾ, ਕਿਉਂਕਿ ਇੱਕ ਤੇ ਪਤਾ ਲੱਗ ਜਾਏਗਾ ਕਿ ਸਾਨੂੰ ਸਮਝ ਕੀ ਆਈ ਹੈ। ਦੂਜਾ, ਜਦੋਂ ਅਸੀਂ ਆਪਣੇ ਵਿਊਜ਼ ਦੇਵਾਂਗੇ ਦੂਜੇ ਵੀਰ ਭੈਣਾਂ ਨੂੰ ਵੀ ਉਹਦੀ ਪਤਾ ਲੱਗੇਗਾ। ਤੇ ਤੀਜਾ, ਉਹ ਜੋ ਕੁਛ ਅਸੀਂ ਸੁਣਿਆ ਹੁੰਦਾ ਹੈ, ਵਿਚਾਰਿਆ ਹੁੰਦਾ ਹੈ, ਉਹ ਇੱਕ ਵਾਰੀ ਫਿਰ ਰਿਪੀਟ ਹੋ ਜਾਂਦਾ ਹੈ ਔਰ ਉਹ ਸਾਡੇ ਮਨ ਦੇ ਅੰਦਰ ਪੱਕਾ ਬਹਿ ਜਾਂਦਾ ਹੈ। ਹੁਣ ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ ਤੇ ਗਿਆਨੀ ਜੀ ਆਪ ਜੀ ਨੇ ਸਾਰਿਆਂ ਨੇ ਸੁਣ ਹੀ ਲਿਆ ਜੀ ਅੱਜ ਦੀ ਕਥਾ। ਤੇ ਕੋਈ ਵਿਚਾਰ ਦੇਣਾ ਤਾਂ ਤੁਸੀਂ ਅਨਮਿਊਟ ਹੁਣੇ ਹੋ ਜਾਓ ਜੀ, ਤੇ ਤਾਂ ਕਿ ਤੁਸੀਂ ਆਪਣਾ ਵਿਚਾਰ ਰੱਖ ਸਕੋ ਤੇ ਆਪਣੇ ਜੇ ਕੋਈ ਸਮਝ ਨਹੀਂ ਆਈ ਗੱਲਬਾਤ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਆ, ਜਾਂ ਤੁਸੀਂ ਆਪਣੀ ਕੋਈ ਰਾਏ ਦੇਣੀ ਚਾਹੁੰਦੇ ਆ ਅੱਜ ਦੀ ਕਥਾ ਬਾਰੇ ਉਹ ਵੀ ਕਰ ਸਕਦੇ ਆ। ਤੇ ਕੋਈ ਅਨਮਿਊਟ ਨਹੀਂ ਜੀ ਹੋਇਆ, ਇਹਦਾ ਮਤਲਬ ਆਪਾਂ ਸਾਨੂੰ ਸਮਝ ਸਾਰੀ ਆ ਗਈ ਆ ਤੇ ਆਪਾਂ ਫਿਰ ਇੱਥੇ ਹਾਂਜੀ ਹੁਣ ਤਾਂ ਬਹੁਤ ਹੋ ਗਿਆ ਜੀ ਇੱਕਦਮ ਹੀ। ਠੀਕ ਹੈ ਜੀ। ਮੈਂ ਕਹਿੰਦਾ ਹੁੰਦਾ ਵੀ ਤੁਸੀਂ ਵੇਟ ਨਾ ਕਰਿਆ ਕਰੋ, ਜਿਸ ਵੇਲੇ ਗਿਆਨੀ ਜੀ ਖਤਮ ਕਰਦੇ ਨਾ ਆਪਣੀ ਕਥਾ ਖਤਮ ਕਰ ਦਿੰਦੇ ਆ ਉਸ ਵੇਲੇ ਤੁਸੀਂ ਅਨਮਿਊਟ ਹੋ ਜਾਇਆ ਕਰੋ, ਤੇ ਤਾਂ ਕਿ ਫਿਰ ਮੈਨੂੰ ਵਾਰ-ਵਾਰ ਏਦਾਂ ਕਹਿਣਾ ਨਾ ਪਵੇ। ਤੇ ਸਾਡੇ ਨਾਲ ਸਭ ਤੋਂ ਪਹਿਲਾਂ ਸਵਿੰਦਰ ਕੌਰ ਜੀ ਹੈ ਜੀ। ਤੁਸੀਂ ਸਵਿੰਦਰ ਕੌਰ ਜੀ ਤੁਸੀਂ ਆਪਣੀ ਗੱਲ ਕਰੋ, ਉਹਦੇ ਬਾਅਦ ਚ ਦਵਿੰਦਰ ਸਿੰਘ ਤੂਰ। ਹਾਂਜੀ ਹਾਂਜੀ ਗਿਆਨੀ ਜੀ। ਹਾਂ ਭੈਣ। ਬਾਹਰ ਅੰਤਰ ਏਕ ਸਰੇਹੋ ਖਟ ਦਰਸ਼ਨ ਇੱਕ ਪੰਥਾ ਦਾ ਮਤਲਬ ਦੱਸਿਆ। ਖਟ ਦਰਸ਼ਨ ਦਾ ਮਤਲਬ ਕਿ 6 ਪੰਥ ਨੇ, 6 ਭੇਖ ਨੇ। ਹਾਂਜੀ ਤੇ ਉਹਨਾਂ ਦੇ ਅੱਗੋਂ 12 ਪੰਥ ਨੇ ਜੀ। ਉਹਨਾਂ ਦੇ ਵਿੱਚੋਂ ਇੱਕ ਸਾਡਾ ਆਈ ਪੰਥ ਹੈ, ਉਹਦੀ ਤੁਸੀਂ ਸਰੇਵੋ ਦਾ ਮਤਲਬ ਸੇਵਾ ਕਰੋ, ਉਹਨੂੰ ਧਾਰਨ ਕਰ ਲਓ। ਆਈ ਪੰਥ ਦਾ ਕੀ ਮਤਲਬ ਜੀ? ਆਈ ਪੰਥ ਨਾ ਉਹਨਾਂ ਜੋਗੀਆਂ ਦਾ ਇੱਕ ਫਿਰਕੇ ਦਾ ਨਾਮ ਹੈ। ਅੱਛਾ ਜੀ। ਜਿਵੇਂ ਅਸੀਂ ਕਹਿੰਦੇ ਸਿੱਖ ਪੰਥ, ਹਿੰਦੂ ਧਰਮ, ਮੁਸਲਮਾਨ ਧਰਮ, ਐਵੇਂ ਆਈ ਪੰਥ ਉਹਨਾਂ ਦੇ ਫਿਰਕੇ ਦਾ ਨਾਮ ਹੈ, ਜੋਗੀਆਂ ਦਾ। ਅੱਛਾ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਤੇ ਦਵਿੰਦਰ ਸਿੰਘ ਤੂਰ ਸਰ। ਹਾਂਜੀ ਹਾਂਜੀ ਗਿਆਨੀ ਜੀ, ਸੁਣ ਅਵਸਥਾ ਤੇ ਮਨ ਦਾ ਜੁੜਨਾ ਇੱਕੋ ਹੀ ਗੱਲ ਹੈ ਜਾਂ ਕੋਈ ਫਰਕ ਪਲੀਜ਼? ਹਾਂਜੀ, ਸੁਣ ਅਵਸਥਾ, ਸੁਣ ਅਵਸਥਾ ਤੇ ਮਨ ਦਾ ਜੁੜਨਾ, ਹਾਂਜੀ ਉਹ ਇੱਕੋ ਹੀ ਚੀਜ਼ ਹੈ, ਪਰ ਉਹਨੂੰ ਇਹ ਸਮਝ ਲੈਣਾ ਵੀ ਮਨ ਦਾ ਜੁੜਨਾ ਦਾ ਮਤਲਬ ਵੀ ਗੁਣਾਂ ਦੇ ਨਾਲ ਜੁੜ ਜਾਣਾ, ਤੇ ਸੁਣ ਅਵਸਥਾ ਦਾ ਮਤਲਬ ਵੀ ਉਹ ਕਿ ਉੱਥੇ ਔਗਣ ਨਾ ਹੋਣ, ਉਹ ਇੱਕ ਹੀ ਚੀਜ਼ ਹੈ, ਗੁਣਾਂ ਦੇ ਨਾਲ ਜੁੜ ਜਾਣਾ, ਸੱਚ ਦੇ ਨਾਲ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਤੇ ਹੁਣ ਸਾਡੇ ਨਾਲ ਸਤਨਾਮ ਕੌਰ ਹੈ ਜੀ, ਉਹ ਤੋਂ ਬਾਅਦ ਸਤਵੰਤ ਕੌਰ ਤੇ ਸੁਰਿੰਦਰ ਕੌਰ। ਹਾਂ ਸਤਨਾਮ ਕੌਰ ਜੀ। ਹਾਂਜੀ ਗਿਆਨੀ ਜੀ, ਕੱਲ ਦੇ ਪਾਠ ਵਿੱਚ ਤੁਸੀਂ ਦੁੱਤਰ ਕਿਸ ਤਰ੍ਹਾਂ ਪ੍ਰੋਨਾਉਂਸ ਕੀਤਾ ਸੀ? ਉਹ ਮੈਂ ਕਨਫਿਊਜ਼ ਹੋ। ਦੁਤਾਰ ਦੁੱਤਰ ਸੈਪਰੇਟ ਹੈ ਵੈਸੇ, ਲਿਖਣ ਵਿੱਚ ਗਲਤੀ ਹੈ ਨਹੀਂ, ਬੋਲਣਾ ਉਹਨੂੰ ਇਕੱਠਾ ਹੀ ਹੈ, ਲੇਕਿਨ ਨਾ ਉਹਨੂੰ ਦੁੱਤਰ ਨਹੀਂ ਬੋਲਣਾ, ਮਤਲਬ ਦੱਦੇ ਉੱਤੇ ਅੱਧਕ ਨਹੀਂ ਲਗਾਉਣਾ। ਜਿਵੇਂ ਅਸੀਂ ਬੋਲਨੇ ਨਾ ਤਰ, ਤਰ ਦਾ ਮਤਲਬ ਤਰਨਾ, ਤੇ ਨਾਲ ਦੂ ਜੋੜ ਦਾਂਗੇ ਦੁਤਰ, ਦੁੱਤਰ ਨਹੀਂ ਬੋਲਾਂਗੇ। ਦੁੱਤਰ, ਹਾਂ ਦੁਤਰ, ਹਾਂਜੀ ਹਾਂ ਹੁਣ ਠੀਕ ਬੋਲ ਰਹੇ ਤੁਸੀਂ, ਦੁਤਰ। ਅੱਛਾ, ਦੂਸਰੀ ਗੱਲ ਗਿਆਨੀ ਜੀ, ਜਿਹੜੇ ਗੁਰੂ ਸਾਹਿਬ ਨੇ ਜਿਹੜੇ ਸਿੱਧਾ ਨੇ ਸਵਾਲ ਕੀਤੇ ਹੈਗੇ ਨੇ, ਉਹ 3-4 ਪੰਕਤੀਆਂ ਚ, ਤੇ ਗੁਰੂ ਸਾਹਿਬ ਦਾ ਜਵਾਬ ਖਾਲੀ ਇੱਕ ਪੰਕਤੀ ਵਿੱਚ ਆ ਜਾਂਦਾ ਹੈ ਐਂਡ ਵਿੱਚ। ਹਾਂਜੀ ਹਾਂਜੀ, ਜਦੋਂ ਤੁਸੀਂ ਉਹਨੂੰ ਗਹੁ ਦੇ ਨਾਲ ਪੜੋਗੇ ਨਾ ਫਿਰ ਤੁਹਾਨੂੰ ਪਤਾ ਲੱਗਦਾ ਜਾਵੇਗਾ। ਜਿਵੇਂ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਨੇ, ਹਾਂਜੀ, ਕਿਉਂਕਿ ਉਹਨਾਂ ਦਾ ਸਵਾਲ ਜਿਹੜਾ ਹੈ ਉਹ ਥੋੜਾ ਜਿਹਾ ਲੰਬਾ ਹੈ, ਤੇ ਸੁਣ ਸੁਆਮੀ ਤੋਂ ਲੈ ਕੇ ਇੱਥੋਂ ਆਪਾਂ ਕਰਦੇ ਨਾ, ਇਹ ਮਨ ਚਲ ਤੋਂ ਸੱਚ ਕਰ, ਇਹ ਤੂਤਰ ਹੈ, ਤੇ ਹਾਟੀ ਬਾਟੀ ਰਹਿ ਨਿਰਾਲੇ, ਇਹ ਉਹ ਕਹਿ ਰਹੇ ਨੇ ਜੋਗੀ। ਤੇ ਅਸੀਂ ਰੁੱਖਾਂ ਬਿਰਖਾਂ ਥੱਲੇ ਰਹਿੰਦੇ ਆ, ਹੱਟੀਆਂ ਬੱਟੀਆਂ ਤੋਂ ਨਿਰਾਲੇ ਆ, ਕੰਦ ਮੂੰਹ ਲਹਾਰੋ ਖਾਈਏ, ਉਦੋਂ ਬੋਲੇ ਗਿਆਨੇ, ਇਹ ਗਿਆਨ ਦੀ ਗੱਲ ਕਰ ਰਹੇ ਨੇ। ਫਿਰ ਅੱਗੇ ਨਾਲ ਕਹਿ ਰਹੇ ਨੇ ਅਸੀਂ ਤੀਰਥਾਂ ਤੇ ਨਹਾਉਂਦੇ ਆ, ਸੁੱਖ ਦਾ ਫਲ ਪਾਉਂਦੇ ਆ ਤੇ ਮੈਲ ਨਹੀਂ ਲੱਗਦੀ। ਗੋਰਖਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਪੀਏ, ਇਹ ਜੋਗ ਦੀ ਜੁਗਤੀ ਹੈ। ਹੁਣ ਇੱਥੋਂ ਤੱਕ ਉਹਨਾਂ ਦਾ ਸਵਾਲ ਹੈ, ਤੇ ਅੱਗੇ ਗੁਰੂ ਨਾਨਕ ਦੇਵ ਜੀ ਦਾ ਉੱਤਰ ਆ ਗਿਆ, ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ। ਤੇ ਅਸੀਂ ਹਾਟੀ ਬਾਟੀ ਨੂੰ ਛੱਡਿਆ ਨਹੀਂ, ਸੰਸਾਰ ਨੂੰ, ਸਗੋਂ ਅਸੀਂ ਉਹਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੇ ਚਿੱਤ ਨੂੰ ਡੋਲਣ ਤੋਂ ਰੋਕਿਆ ਹੈ, ਸੱਚ ਦੇ ਨਾਲ ਜੋੜਿਆ। ਤੇ ਬਿਨਾਂ ਮੈਂ ਮਨ ਟੇਕ ਨਾ ਟਿਕੀ, ਨਾਨਕ ਭੂਖ ਨਾ ਜਾਈ, ਵੀ ਸੱਚ ਦੇ ਨਾਲ ਜੁੜਨ ਤੋਂ ਬਿਨਾਂ ਜਿਹੜਾ ਟਿਕਦਾ ਨਹੀਂ ਮਨ।
ਤੇ ਮਨ ਦੇ ਟਿਕਣ ਤੋਂ ਬਿਨਾਂ ਭੁੱਖ ਜਿਹੜੀ ਹੈ ਤ੍ਰਿਸ਼ਨਾ ਵਿਕਾਰਾਂ ਦੀ ਨਹੀਂ ਜਾਂਦੀ। ਇਸ ਲਈ ਇਹਦਾ ਉੱਤਰ ਹੋ ਗਿਆ ਕਿ ਸਾਨੂੰ ਸੰਸਾਰ ਛੱਡਣ ਦੀ ਲੋੜ ਨਹੀਂ ਹੈ, ਸਗੋਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਇਹੀ ਰੱਬ ਦੇ ਨਾਲ ਮਿਲਣ ਦੀ ਜੁਗਤੀ। ਥੈਂਕ ਯੂ ਜੀ। ਹਾਂਜੀ, ਠੀਕ ਹੈ, ਧੰਨਵਾਦ ਜੀ ਸਤਨਾਮ ਕੌਰ ਜੀ। ਤੇ ਸਤਵੰਤ ਕੌਰ ਜੀ। ਹਾਂਜੀ, ਮੈਂ ਤਾਂ ਸਿਰਫ ਇਹ ਕਹਿਣਾ ਕਿ ਮੈਂ ਭਾਈ ਸਾਹਿਬ ਦੀ ਕਥਾ ਸੁਣ ਕੇ ਮੈਨੂੰ ਹੁਣ ਹੋਰ ਵੀ ਨਿਸ਼ਚਾ ਹੋ ਗਿਆ ਕਿ ਵਿਸਰਾਮ ਤੇ ਪ੍ਰੋਨਾਂਸੀਏਸ਼ਨ ਉਚਾਰਨ ਕਿੰਨਾ ਜ਼ਰੂਰੀ ਹੈ। ਹੁਣ ਮੈਂ ਐਗਜ਼ਾਮਪਲ ਲੈਣੀ 8ਵੇਂ ਪਦੇ ਦੀ। ਜਦੋਂ ਨਾ ਪਰ ਘਰ ਚਿਤ ਨ ਡੁਲਾਈ, ਤੇ ਮੈਂ ਕਿਸੇ ਨੂੰ ਪੜ੍ਹਦਿਆਂ ਸੁਣਿਆ ਤੇ ਉਹ ਜਿਹੜਾ ਪਰ ਘਰ ਹੈ ਨਾ ਉਹ ਹਾਟੀ ਬਾਟੀ ਨੀਂਦ ਨਾ ਆਵੇ ਦੇ ਨਾਲ ਜੋੜਦੇ ਸੀ, ਤੇ ਉਦੋਂ ਮੈਂ ਕਿਹਾ ਅਰਥ ਨਹੀਂ ਨਿਕਲਦਾ। ਤੇ ਨਾਲੇ ਸੁਖਮਨੀ ਸਾਹਿਬ ਦੇ ਵਿੱਚ ਆਮ ਸੰਗਤਾਂ ਵੀ ਤੇ ਰਾਗੀ ਜੱਥੇ ਵੀ ਪੜ੍ਹਦੇ ਨੇ, ਆਪ ਗਵਾਏ ਸੋ ਹਰ ਗੁਣ ਗਾਓ। ਇੰਨੀ ਦਫਾ ਮੈਂ ਕਰੈਕਟ ਕੀਤਾ, ਆਪ ਗਾ ਵਾਏ ਸੋ ਹਰ ਗੁਣ ਗਾਓ। ਮੈਂ ਬਸ ਇਹ ਪਰਪੱਕ ਹੋ ਗਿਆ ਕਿ ਵਿਸਰਾਮ ਤੇ ਜਿਹੜਾ ਹੈਗਾ ਨਾ ਕੀ ਕਹਿੰਦੇ ਨੇ ਉਚਾਰਨ ਬਹੁਤ ਜ਼ਰੂਰੀ ਹੈ। ਕੱਲ ਭਾਈ ਸਾਹਿਬ ਨੇ ਸ਼ਬਦ ਸਿਮਰਿਤ ਪੜ੍ਹਿਆ ਸੀ ਔਰ ਕੀਤਾ ਸੀ ਕਿ ਸਿਮਰਤ ਨਹੀਂ ਪੜ੍ਹਨਾ, ਇਹਨੂੰ ਸਿਮਰਿਤ ਪੜ੍ਹਨਾ, ਸਿਹਾਰੀ ਪੜ੍ਹਨੀ ਹੈ। ਉਹਦੇ ਨਾਲ ਅਰਥ ਦਾ ਬੜਾ ਫਰਕ ਪੈ ਜਾਂਦਾ। ਬਸ ਇੰਨੀ ਗੱਲ ਕਹਿਣੀ। ਠੀਕ ਹੈ ਜੀ, ਧੰਨਵਾਦ ਜੀ। ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ ਟੂ। ਹਾਂਜੀ, ਗਿਆਨੀ ਜੀ ਇਹ ਪੁੱਛਣਾ ਸੀਗਾ ਕਿ ਉਦੋਂ ਬਾਬਾ ਨਾਨਕ ਤੋਂ ਪਹਿਲਾਂ ਕੀ ਉਦੋਂ ਯੋਗੀ ਧਰਮ ਚੱਲ ਰਿਹਾ ਸੀਗਾ, ਯੋਗ ਧਰਮ ਜਾਂ ਸਿੱਧ ਧਰਮ ਚੱਲ ਰਿਹਾ ਸੀ, ਜਾਂ ਕਿਹੜਾ ਧਰਮ ਸੀ ਉਦੋਂ? ਉਦੋਂ ਇੱਕ ਤਾਂ ਸਨਾਤਨ ਮਤ ਸੀ ਤੇ ਇੱਕ ਇਸਲਾਮ ਸੀ ਔਰ ਇੱਕ ਯੋਗੀਆਂ ਦਾ ਪੰਥ ਸੀ। ਇਹਨਾਂ ਤਿੰਨਾਂ ਦਾ ਬੋਲਬਾਲਾ ਸੀ। ਹੋਰ ਵੀ ਛੋਟੇ ਮੋਟੇ ਮਤ ਮਤਾਂਤਰ ਸੀ, ਲੇਕਿਨ ਇਹ ਮੇਨ ਤਿੰਨ ਸੀ। ਇੱਕ ਹਿੰਦੂ ਧਰਮ ਜਿਹਨੂੰ ਕਹਿੰਦੇ ਨੇ ਸਨਾਤਨ ਮਤ, ਦੂਜਾ ਯੋਗੀਆਂ ਦਾ ਬੋਲਬਾਲਾ ਸੀ ਤੇ ਤੀਜਾ ਇਸਲਾਮ ਸੀ। ਤੇ ਇਹਨਾਂ ਤਿੰਨਾਂ ਦਾ ਹੀ ਜ਼ਿਕਰ ਕੀਤਾ ਗੁਰਬਾਣੀ ਵਿੱਚ, ਜੋ ਕਾਦੀ ਕੂੜ ਬੋਲ ਮਲਖਾਏ, ਬਾਮਨ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ। ਮਤਲਬ ਏਸ਼ੀਆ ਦੇ ਵਿੱਚ, ਯਾਨੀ ਜਿਹੜਾ ਇੰਡੀਆ ਦੇ ਵਿੱਚ ਖਾਸ ਕਰਕੇ ਇਹਨਾਂ ਤਿੰਨਾਂ ਦਾ ਜ਼ਿਆਦਾ ਬੋਲਬਾਲਾ ਸੀ। ਇਹ ਧਰਮ ਕਿੰਨਾ ਕੁ ਪੁਰਾਣਾ ਹੈ? ਹਾਂਜੀ, ਇਹ ਕਿੰਨਾ ਕੁ ਪੁਰਾਣਾ ਧਰਮ ਯੋਗੀਆਂ ਦਾ? ਕਿੰਨਾ ਕੁ ਬੈਕ ਜਾਂਦਾ? ਮਤਲਬ ਇਹਨੂੰ ਕਾਫੀ ਪਿੱਛੇ ਸਾਨੂੰ ਜਾਣਾ ਪਵੇਗਾ। ਜਿਵੇਂ ਜਦੋਂ ਤੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਦੋਂ ਬੰਦੇ ਨੇ ਹੋਸ਼ ਸੰਭਾਲੀ, ਉਸ ਤੋਂ ਬਾਅਦ ਕਾਫੀ ਅੱਗੇ ਆਣ ਕੇ ਫਿਰ ਸਮਾਧੀਆਂ ਸਮੂਧੀਆਂ ਲਾਣੀਆਂ ਸ਼ੁਰੂ ਹੋ ਗਈਆਂ, ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਵੀ ਕਿਸ ਸੰਨ ਤੋਂ ਜਾਂ ਕਦੋਂ ਤੋਂ ਸ਼ੁਰੂ ਹੋਇਆ। ਥੈਂਕ ਯੂ। ਠੀਕ ਹੈ ਜੀ। ਜੇ ਤਾਂ ਹਿੰਦੂ ਧਰਮ ਹੈ ਜੀ, ਹਿੰਦੂ ਧਰਮ ਦੀ ਜੇ ਸ਼ੁਰੂਆਤ ਦੇਖੋ ਤਾਂ ਇਹਨੂੰ ਕਿੰਨੇ ਕੁ ਸਾਲ ਕਹਿ ਸਕਦੇ? 5-4 ਸਾਲ, 5-4000 ਸਾਲ। ਹਾਂਜੀ, ਕਹਿ ਸਕਦੇ ਆ ਇੰਨਾ ਕੁ। ਹਾਂਜੀ, ਠੀਕ ਹੈ। ਬਾਕੀ ਸ਼ੁਰੂਆਤ ਤਾਂ ਹੁਣ ਤੁਹਾਨੂੰ ਨਹੀਂ ਪਤਾ ਕਿ ਇਹ ਨਹੀਂ ਕਹਿ ਸਕਦੇ ਕਿ ਇਸ ਸਾਲ ਤੋਂ ਸ਼ੁਰੂ ਹੋਇਆ, ਕਿਉਂਕਿ ਉਹ ਹੌਲੀ ਹੌਲੀ ਜਦੋਂ ਅਸੀਂ ਟੋਟਮਇਜ਼ਮ ਔਰ ਟੈਬੂਇਜ਼ਮ ਨੂੰ ਪੜ੍ਹਦੇ ਹਾਂ ਤਾਂ ਉਹ ਉੱਥੋਂ ਦੀ ਸ਼ੁਰੂਆਤ ਹੋ ਗਈ ਤੇ ਹੁੰਦੀ ਫਿਰ ਅਲੱਗ-ਅਲੱਗ ਨਾਮ ਹੁੰਦੇ ਚਲੇ ਗਏ। ਠੀਕ ਹੈ ਜੀ, ਠੀਕ ਹੈ। ਹਾਂਜੀ, ਬਸ ਹੋਰ ਨਹੀਂ ਸਾਡੇ ਨਾਲ ਕੋਈ ਵੀ ਅਨਮਿਊਟ ਜੀ। ਤੇ ਇੱਥੇ ਆਪਾਂ ਸਮਾਪਤੀ ਕਰ ਦਿੰਦੇ ਹਾਂ ਜੀ। ਧੰਨਵਾਦ ਸਾਰਿਆਂ ਦਾ। ਤੇ ਅੱਜ ਸ਼ੁੱਕਰਵਾਰ ਹੈ ਜੀ, ਕੱਲ ਨੂੰ ਸ਼ਨੀਚਰਵਾਰ। ਕੱਲ ਨੂੰ ਜਿਹੜੀ ਕਲਾਸ ਲੱਗਦੀ ਆ ਉਹਨਾਂ ਦੀ ਜਿਹੜੀ ਡੀਟੇਲ ਹੁੰਦੀ ਆ ਉਹ ਕੱਲ ਨੂੰ ਸੈਚਰਡੇ ਨੂੰ ਫਿਰ ਸਿਚਾਰਾ ਗਰੁੱਪ ਦੇ ਵਿੱਚ ਪਾਈ ਜਾਂਦੀ ਹੈ, ਤੇ ਉਹ ਤੁਸੀਂ ਜੁਆਇਨ ਕਰ ਲਿਓ। ਤਾਂ ਆਪਾਂ ਸਾਰੇ ਜਣੇ ਮੁੜ ਕੇ ਇਸੇ ਪਲੇਟਫਾਰਮ ਤੇ ਸੋਮਵਾਰ ਨੂੰ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ ਵਾਪਸ ਆਵਾਂਗੇ ਜੀ। ਉਤਾਂ ਛੁੱਟੀਆਂ ਲਈਏ ਜੀ। ਹੈਵ ਅ ਗੁੱਡ ਵੀਕਐਂਡ। ਹਾਂਜੀ ਵੀਰ ਜੀ, ਉਹਨਾਂ ਜਿਹੜੀ ਸੈਚਰਡੇ ਵਾਲੀ ਜਿਹੜੀ ਆਈਡੀ ਹੈ ਉਹ ਪੁਰਾਣੀ ਹੀ ਰਹਿ ਗਈ ਪਿਛਲੇ ਸੈਚਰਡੇ ਵਾਲੀ। ਅੱਛਾ ਜੀ, ਠੀਕ ਹੈ ਜੀ। ਜਿਹਨਾਂ ਨੇ ਆਣਾ ਹੋਵੇ ਨਾ, ਉਸ ਪੁਰਾਣੀ ਹੀ ਸੈਚਰਡੇ ਵਾਲੀ ਆਈਡੀ ਹੈ, ਉਹ ਇੱਕ ਹੀ ਰਹਿ ਗਈ ਹੁਣ ਨਾ। ਠੀਕ ਹੈ ਜੀ, ਠੀਕ ਹੈ। ਮੈਂ ਸੋਚਿਆ ਸੀਗਾ ਕਿ ਸ਼ਾਇਦ ਤੁਸੀਂ ਹਰੇਕ ਸ਼ਨੀਚਰਵਾਰ ਨੂੰ ਜਿਹੜੀ ਆਈਡੀ ਹੈ ਮੁੜ ਕੇ ਪਾ ਦਿੰਦੇ ਹੁੰਦੇ, ਜਸਟ ਇਨ ਕੇਸ ਜੇ ਕਿਸੇ ਨੂੰ ਨਹੀਂ ਪਤਾ। ਉਹ ਪਾ ਤੇ ਦੇਵਾਂਗੇ, ਲੇਕਿਨ ਜਿਨ੍ਹਾਂ ਕੋਲ ਪੁਰਾਣੀ ਹੈ ਤਾਂ ਪੁਰਾਣੀ ਉਹ ਰਹਿ ਗਈ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਠੀਕ ਹੈ। ਧੰਨਵਾਦ ਜੀ। ਉਹਨਾਂ ਨੂੰ ਸਾਰਿਆਂ ਨੂੰ ਵੈਸੇ ਪਤਾ ਹੀ ਆ, ਮੈਂ ਤਾਂ ਵੈਸੇ ਹੀ ਰਿਮਾਈਂਡਰ ਕਰਾਇਆ ਵੀ ਕੱਲ ਨੂੰ ਵੀ ਇੱਕ ਕਲਾਸ ਲੱਗਣੀ ਆ। ਉਹਦੇ ਵਿੱਚ ਜਿਹੜੇ ਸਰੋਤੇ ਆਉਂਦੇ ਆ ਉਹ ਮੁੜ ਕੇ ਆ ਸਕਦੇ। ਉਹਨਾਂ ਨੂੰ ਤਾਂ ਪਤਾ ਹੀ ਹੈ। ਜਿਹੜੇ ਨਹੀਂ ਆਏ ਤਾਂ ਉਹਨਾਂ ਨੂੰ ਜੇ ਗਿਆਨੀ ਜੀ ਤੁਸੀਂ ਕੱਲ ਨੂੰ ਇਹ ਪਾ ਦਿਓ ਤਾਂ ਨਵਿਆਂ ਨੂੰ ਵੀ ਪਤਾ ਲੱਗ ਜਾਊਗਾ, ਜਿਹੜੇ ਹੁਣ ਨਵੇਂ ਸਾਡੇ ਨਾਲ ਜੁੜਦੇ ਆ ਤੇ ਉਹ ਵੀ ਆ ਜਾਣਗੇ। ਤੇ ਆਪਾਂ ਮੁੜ ਕੇ ਸੋਮਵਾਰ ਨੂੰ ਇੱਥੇ ਆ ਜਾਣਾ ਜੀ ਵਾਪਸ। ਤੇ ਤੰਦਰੁਸਤੀਆਂ ਦੇ ਮੁਤਾਬਕ ਤੁਸੀਂ ਆਏ ਹੋ। ਹੈਵ ਅ ਗੁੱਡ ਵੀਕਐਂਡ। ਤੇ ਆਪਾਂ 1 ਵਜੇ ਮੁੜਦੇ ਹਾਂ ਜੀ ਸੋਮਵਾਰ ਨੂੰ। ਉੱਤੇ ਲਓ ਬਚਾਓ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।